ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ। ਗੁਰੂ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ। ਹਰ ਗੋਬਿੰਦ ਸ਼ੁਭ ਸੁਮਤ ਪਰ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀਸ਼ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਬ ਸੋਢੀ ਕਉ ਨ ਰਹਿਓ ਮੰਜੀ ਲਾਭ ਜੋਗ। ਇਕ ਸੰਗਤ ਰੰਡੀ ਕਹਿ ਘੇਰ ਲਏ ਮਨੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਚਵਰ ਸ਼ਬਦ ਛਤਰ ਤਖਤ ਕੇ ਮਾਲਕ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਆਪ ਜੀ ਸਰਬੱਤ ਸੰਗਤਾਂ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰੂ ਸਾਹਿਬ ਜੀ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਕੱਲ੍ਹ ਦੇ ਜੋ ਪ੍ਰਕਰਨ ਸਰਵਣ ਕੀਤੇ ਸਨ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ 5 ਸਿੰਘਾਂ ਦੇ ਸੀਸ ਦੀ ਮੰਗ ਕੀਤੀ, ਜਿਸ ਕਰਕੇ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਦਾ ਦੀਵਾਨ ਛੱਡ ਕੇ ਚਲੀਆਂ ਗਈਆਂ। 5 ਸਿੰਘਾਂ ਨੇ ਆਪਣੇ ਸੀਸ ਮਹਾਰਾਜ ਨੂੰ ਭੇਟ ਕੀਤੇ, ਉਹਨਾਂ ਦੇ ਸੀਸ ਧੜ ਨਾਲੋਂ ਜੁਦਾ ਕੀਤੇ, ਮੁੜ ਉਹਨਾਂ ਨੂੰ ਸਰਜੀਤ ਕੀਤਾ ਹੈ। ਭਜੰਗੀਆਂ ਵਾਲੀ ਰੀਤ ਉਹਨਾਂ ਨੂੰ ਧਾਰਨ ਕਰਵਾਈ। ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ, ਜੋ ਮਰ ਜੀਵੜੇ ਹਨ, ਜੋ ਮਰ ਕੇ ਜਿਉਂਦੇ ਹਨ।
ਮਹਾਰਾਜ ਕਲਗੀਧਰ ਜੀ ਨੇ ਐਸੇ ਮਰ ਜੀਵੜਿਆਂ ਨੂੰ ਜਿਉਂਦੇ ਸ਼ਹੀਦਾਂ ਦਾ ਖਿਤਾਬ ਬਖਸ਼ਿਸ਼ ਕੀਤਾ ਹੈ। ਦਿੱਲੀ ਦਾ ਰਹਿਣ ਵਾਲਾ ਸਿੱਖ ਭਾਈ ਮੇਹਰ ਸਿੰਘ 10 ਕੁ ਸਿੰਘਾਂ ਦਾ ਜਥਾ ਆਪਣੇ ਨਾਲ ਰੱਖਦਾ ਹੈ, ਸਿਪਾਹੀ ਨਾਲ ਰਹਿੰਦੇ ਨੇ। ਗੰਗੂ ਸ਼ਾਹੀਏ, ਰਾਮ ਰਾਈਏ, ਮੀਣੇ, ਮਸਾਂਦਿਨਾਂ ਨਾਲ ਮੇਲ ਨਹੀਂ ਰੱਖਦਾ ਤੇ ਜਿੱਥੇ ਗੁਰੂ ਕੀ ਸੰਗਤ ਹੁੰਦੀ ਹੈ ਉੱਥੇ ਹੀ ਆਪਣਾ ਟਿਕਾਣਾ ਕਰਦਾ ਹੈ। ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਸ਼ਸਤਰ ਬਸਤਰ ਧਾਰਨ ਕਰਕੇ ਰੱਖਣੇ, ਤਿਆਰ ਬਰ ਤਿਆਰ ਰਹਿਣਾ, ਇਹ ਉਹਦਾ ਸੁਭਾਅ ਹੈ। ਇੱਕ ਦਫਾ ਉਹ ਸਰਹੰਦ ਨੂੰ ਆਇਆ। ਇਸ ਦਾ ਮੇਲ ਗੰਗੂ ਸ਼ਾਹੀਆਂ ਨਾਲ ਹੋਇਆ ਹੈ। ਗੰਗੂ ਸ਼ਾਹੀਆਂ ਦਾ ਜਿਹੜਾ ਉਸ ਵਕਤ ਵੱਡਾ ਵਡੇਰਾ ਸੀ, ਜਿਹੜਾ ਖੜਗ ਸਿੰਘ ਗੁਰੂ ਬਣ ਕੇ ਬੈਠਾ ਸੀ, ਬਸੀ ਗੋਤ ਹੈ। ਗੁਰੂ ਅਮਰਦਾਸ ਮਹਾਰਾਜ ਨੇ ਇਹਨਾਂ ਨੂੰ ਇੱਕ ਮੰਜੀ ਬਖਸ਼ਿਸ਼ ਕੀਤੀ ਸੀ ਪ੍ਰਚਾਰ ਵਾਸਤੇ। ਉਹ ਇੱਕ ਪ੍ਰਚਾਰਕ ਦੀ, ਪੂਰਨ ਗੁਰਸਿੱਖ ਦੀ ਮੰਜੀ ਸੀ ਜੋ ਇਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਮਿਲੀ, ਪਰ ਇਹ ਗੁਰੂ ਬਣ ਕੇ ਬਹਿ ਗਏ। ਸੋ ਆਓ ਅਗਲਾ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਾਈ ਰਤਨ ਸਿੰਘ ਜੀ ਫਰਮਾਨ ਕਰਦੇ ਨੇ, ਜਦੋਂ ਕੋਈ ਵੀ ਸੋਢੀ ਮੰਜੀ ਲਾਣ ਜੋਗਾ ਨਾ ਰਿਹਾ, ਗੁਲਾਬ ਰਾਏ ਵੀ ਮਰ ਗਿਆ, ਧੀਰਮਲ ਵਰਗੇ ਵੀ ਉੱਜੜ ਗਏ, ਤੇ ਕੋਈ ਵੀ ਸੋਢੀ ਨਾ ਰਿਹਾ ਜਿਹੜਾ ਮੰਜੀ ਲਾ ਕੇ ਗੁਰੂ ਬਣ ਕੇ ਬਹਿ ਸਕੇ। ਜਿਹੜਾ ਖੜਕ ਸਿੱਖ ਸੀ ਇਹ ਹੁਣ ਦਾਅਵਾ ਕਰਨ ਲੱਗ ਪਿਆ ਵੀ ਮੈਂ ਗੁਰੂ ਹਾਂ। ਜਿਹੜੀ ਸਿੱਖ ਸੰਗਤ ਸੀ ਉਹਨਾਂ ਨੂੰ ਘੇਰ ਲੈਣਾ, ਉਹਨਾਂ ਨੂੰ ਕਹਿਣਾ ਵੀ ਤੁਹਾਡਾ ਤਾਂ ਗੁਰੂ ਹੁਣ ਕੋਈ ਨਹੀਂ ਰਿਹਾ, ਇਸ ਕਰਕੇ ਅੱਜ ਤੋਂ ਬਾਅਦ ਮੈਂ ਹੀ ਤੁਹਾਡਾ ਗੁਰੂ ਹਾਂ, ਤੇ ਆਓ ਤੁਸੀਂ ਮੇਰੇ ਬਚਨ ਮੰਨੋ ਤੇ ਮੇਰੀ ਸਿੱਖੀ ਧਾਰਨ ਕਰ ਲਓ। ਗੁਰੂ ਸਾਹਿਬ ਜੀ ਤੋਂ ਬਿਨਾਂ ਸੰਗਤ ਨੂੰ ਰੰਡੀ ਸ਼ਬਦ ਕਹਿ ਕੇ ਪੁਕਾਰਦਾ ਵੀ ਇਹ ਰੰਡੀ ਸੰਗਤ ਹੈ, ਭਾਵ ਇਹਨਾਂ ਦਾ ਗੁਰੂ ਕੋਈ ਨਹੀਂ ਤੇ ਨਿਗੋਰੇ ਹੋ ਫਿਰਦੇ ਹਨ। ਅਜਿਹੇ ਬਚਨ ਕਹਿ ਕਹਿ ਕੇ ਤੇ ਲੋਕਾਂ ਨੂੰ ਆਪਣੇ ਵੱਲ ਭਰਮਾ ਲੈਂਦਾ ਹੈ, ਆਪਣੀ ਪੂਜਾ ਵਿੱਚ, ਆਪਣੀ ਸੇਵਾ ਵਿੱਚ ਲਾਉਂਦਾ ਹੈ। ਜੇ ਕਿਸੇ ਨੂੰ ਦੁੱਧ ਪੁੱਤਰ ਦੀ ਜ਼ਰੂਰਤ ਹੁੰਦੀ ਉਹਨਾਂ ਨੂੰ ਦੁੱਧ ਪੁੱਤਰ ਦੇ ਦਿੰਦਾ ਹੈ, ਕਿਸੇ ਨੂੰ ਰਿੱਧੀ ਸਿੱਧੀ ਦੇ ਦਿੰਦਾ ਹੈ। ਤੇ ਸੰਗਤਾਂ ਨੂੰ ਖਾਲਸੇ ਨਾਲੋਂ ਤੋੜ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ। ਇਹ ਗੱਲ ਸੁਣ ਕੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਨਾ ਵੀ ਗੰਗੂ ਸ਼ਾਹੀ ਜਿਹੜਾ ਖੜਕ ਸਿੰਘ ਹੈ ਇਹ ਮੰਜੀ ਲਾ ਕੇ ਬਹਿ ਗਿਆ, ਇਹ ਗੱਲ ਸੁਣ ਕੇ ਸਿੰਘਾਂ ਨੂੰ ਖਿਝ ਮੱਚ ਗਈ। ਉਹਨਾਂ ਨੂੰ ਬੜਾ ਗੁੱਸਾ ਆਇਆ। ਸਿੰਘ ਦੰਗੋ ਫੰਗੋ ਕਰਾਹੇ, ਇਹ ਤੇ ਇਹਨੂੰ ਸੋਧਾ ਲਾਉਣ ਵਾਸਤੇ ਸਿੰਘ ਫਿਰ ਦੰਗਾ ਫੰਗਾ ਵੀ ਕਰਦੇ ਨੇ, ਲੜਾਈ ਵੀ ਹੋ ਜਾਂਦੀ ਹੈ। ਪਰ ਬਿਨਾਂ ਕਰਾਮਾਤ ਦਿਖਾਏ ਬਿਨਾਂ ਕੋਈ ਪਤੀਜਦਾ ਨਹੀਂ। ਖੜਕ ਸਿੰਘ ਦਾ ਸੁਭਾਅ ਕੀ ਸੀ? ਕਰਾਮਾਤ ਵਿਖਾ ਦਿੰਦਾ ਸੀ ਲੋਕਾਂ ਨੂੰ, ਥੋੜ੍ਹੀ ਬਾਤੀ ਸਿੱਧੀ ਸੀਖ ਪਾਸ, ਉਹਦੇ ਬਲ ਦੇ ਨਾਲ ਇਹ ਲੋਕਾਂ ਨੂੰ ਭਰਮਾ ਕੇ ਤੇ ਆਪਣੇ ਨਾਲ ਜੋੜ ਲੈਂਦਾ ਸੀ। ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਬਿਨਾਂ ਕਰਾਮਾਤ ਤੋਂ ਲੋਕ ਜਿਹੜੇ ਪਤੀਜਦੇ ਨਹੀਂ ਹਨ। ਇਸ ਤਰ੍ਹਾਂ ਭਾਈ ਖਾਲਸੇ ਤੇ ਗੰਗੂ ਸ਼ਾਹੀ ਜਿਹੜੇ ਨੇ ਉਹਨਾਂ ਦਾ ਆਪਸੀ ਤਕਰਾਰ ਰਹਿੰਦਾ ਹੈ। ਸਿੰਘ ਕਹਿੰਦੇ ਨੇ ਵੀ ਖਾਲਸੇ ਦੀ ਜਿੱਤ ਹੋਈ ਹੈ, ਪਰ ਇਹ ਜਿਹੜੇ ਗੰਗਈ ਸਨ ਇਹ ਕਹਿੰਦੇ ਸਨ ਵੀ ਖਾਲਸਾ ਹਾਰ ਗਿਆ। ਇਹਨਾਂ ਨੇ ਇਹੋ ਜਿਹੀਆਂ ਗੱਲਾਂ ਕਹਿ ਕੇ ਸੰਗਤ ਵਿੱਚ ਇੱਕ ਤਾਂ ਸੰਗਤ ਨੂੰ ਤੋੜਨਾ ਤੇ ਸਿੰਘਾਂ ਨੂੰ ਵੀ ਜਾਣ ਬੁੱਝ ਕੇ ਖਿਜਾਣਾ
ਸੋ ਇਸ ਪ੍ਰਕਾਰ ਦੇ ਬਚਨ ਕਹਿ ਕੇ ਤੇ ਸੰਗਤਾਂ ਨੂੰ ਆਪਣੇ ਵੱਲ ਪ੍ਰੇਰਿਤ ਕਰਨ ਦਾ ਯਤਨ ਕਰ ਰਹੇ ਹਨ। ਸੋ ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਵਿਧੀ ਦੇ ਨਾਲ ਇਹਨਾਂ ਦਾ ਆਪਸੀ ਵਾਦ ਵਿਵਾਦ ਹੋਇਆ ਹੈ, ਭਾਈ ਸਾਹਿਬ ਕਹਿੰਦੇ ਜੋ ਮੈਂ ਸੁਣਿਆ, ਸਮਝਿਆ, ਪਰਖਿਆ ਤੇ ਵੇਖਿਆ ਉਹ ਤੁਹਾਨੂੰ ਮੈਂ ਸਰਵਣ ਕਰਾਉਂਦਾ ਤੇ ਸੁਣੋ ਭਾਈ। ਜਿਨ੍ਹਾਂ ਦੇ ਸਾਧ ਸੰਗਤ ਜੀ ਦੇਖਦਿਆਂ ਗੁਰੂ ਕੇ ਸਿੱਖ ਜਿਉਂਦੇ ਰਹਿੰਦੇ ਹਨ, ਜਿਨ ਦੇਖੇ ਜੀਵਤ ਸਿੱਖ ਵਾਹੇ। ਜਿਨ੍ਹਾਂ ਸਿੱਖਾਂ ਨੇ ਆਪਣੇ ਨੇਤਰਾਂ ਨਾਲ ਵੇਖਿਆ ਨਾ, ਉਹ ਸਿੱਖ ਜਿਉਂਦੇ ਸਨ ਤੇ ਉਹਨਾਂ ਸਿੱਖਾਂ ਦੇ ਕੋਲੋਂ ਇਹ ਸਾਰੀ ਕਥਾ ਮੈਂ ਸੁਣੀ ਹੈ। ਇੱਕ ਹੁੰਦੀ ਹੈ ਨਾ ਰਵਾਇਤ ਵੀ ਚੌਥੇ ਪੰਜਵੇਂ ਨੂੰ ਪਤਾ ਹੋਣੀ ਤੇ ਉਹਦੇ ਕੋਲੋਂ ਸੁਣ ਕੇ ਫਿਰ ਸੁਣਾ ਦੇਣੀ। ਇੱਕ ਨੂੰ ਪਤਾ ਸੀ, ਉਹਨੇ ਦੂਜੇ ਨੂੰ ਸੁਣਾਤੀ, ਤੀਜੇ ਨੂੰ, ਚੌਥੇ ਨੂੰ ਸੁਣਾਤੀ। ਉਹ ਗੱਲ ਬਦਲਦੀ ਕੁਝ ਹੋਰ ਹੀ ਬਣ ਜਾਂਦਾ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਜਿਹੜੀ ਗੱਲ ਮੈਂ ਸੁਣੀ ਹੈ ਨਾ, ਮੈਂ ਉਹਨਾਂ ਸਿੱਖਾਂ ਕੋਲੋਂ ਸੁਣੀ ਹੈ ਜਿਹੜੇ ਉਸ ਵਕਤ ਜਿਉਂਦੇ ਸਨ ਤੇ ਜਿਨ੍ਹਾਂ ਸਿੱਖਾਂ ਨੇ ਇਹ ਸਾਰਾ ਹਾਲ ਅੱਖੀਂ ਵੇਖਿਆ ਹੈ। ਜੋ ਉਹਨਾਂ ਦੇ ਨੇਤਰਾਂ ਸਾਹਮਣੇ ਵਰਤਿਆ ਉਹਨਾਂ ਨੇ ਮੈਨੂੰ ਸੁਣਾ ਦਿੱਤਾ ਤੇ ਉਹ ਕਥਾ ਮੈਂ ਅੱਗੇ ਤੁਹਾਨੂੰ ਸੰਗਤੋਂ ਸੁਣਾਉਂਦਾ ਹਾਂ। ਉਹਨੇ ਕਹਿਓ ਥੋ ਹਮਰੇ ਪਾਏ। ਜਿਨ੍ਹਾਂ ਸਿੱਖਾਂ ਨੇ ਹਾਲ ਅੱਖੀਂ ਵੇਖਿਆ ਸੀ ਉਹਨਾਂ ਨੇ ਮੇਰੇ ਪਾਸ ਆ ਕੇ ਗੱਲ ਕਹੀ ਹੈ। ਸੋ ਗੁਰੂ ਸਾਹਿਬ ਜੀ ਦਾ ਕਹਿੰਦੇ ਇੱਕ ਸਿੱਖ ਸੀਗਾ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ, ਖੰਡੇ ਬਾਟੇ ਦੀ ਪੌਲ ਛਕੀ ਸੀ, ਬਾਣੀ ਪੜਨ ਵਾਲਾ ਤਿਆਰ ਪਰ ਤਿਆਰ ਸਿੱਖ ਹੈ। ਮਸਲਾ ਇਹ ਹੋ ਗਿਆ ਕਿ ਜਦੋਂ ਉਸ ਸਿੱਖ ਦਾ ਵਿਆਹ ਹੋਇਆ ਨਾ, ਤੇ ਜਿਹੜੀ ਲੜਕੀ ਉਹਨੇ ਵਿਆਹੀ ਉਹ ਗੰਗੂ ਸ਼ਾਹੀਆਂ ਦੇ ਘਰ ਵਿੱਚ ਵਿਆਹਿਆ ਗਿਆ। ਭਾਵ ਉਹ ਚੇਲੇ ਸਨ ਉਹਨਾਂ ਦੇ ਗੰਗੂ ਸ਼ਾਹੀਆਂ ਦੇ ਅੱਗੋਂ। ਤੇ ਇਸ ਪ੍ਰਕਾਰ ਹੁਣ ਜਦੋਂ ਇਹਦਾ ਵਿਆਹ ਹੋ ਗਿਆ ਹੈ, ਪਹਿਲਾਂ ਇਹਨੂੰ ਪਤਾ ਨਹੀਂ ਲੱਗਿਆ, ਬਾਅਦ ਵਿੱਚ ਪਤਾ ਲੱਗਿਆ ਵੀ ਜਿਨ੍ਹਾਂ ਘਰ ਵਿੱਚ ਵਿਆਹਿਆ ਗਿਆ ਉਹ ਮੇਰਾ ਸਹੁਰਾ ਪਰਿਵਾਰ ਗੰਗੂ ਸ਼ਾਹੀਆਂ ਨੂੰ ਮੰਨਦਾ ਹੈ। ਇਹ ਸਿੱਖ ਵੀ ਧਨਾੜ ਸੀ, ਇਹਦੇ ਘਰ ਵਿੱਚ ਅੰਨ ਤੇ ਧਨ ਦੀ ਕੋਈ ਕਮੀ ਨਹੀਂ ਸੀ, ਪਰ ਘਰ ਦੇ ਵਿੱਚ ਸੰਤਾਨ ਕੋਈ ਨਹੀਂ ਸੀ। ਚਾਹੁੰਦਾ ਸੀ ਮੇਰੇ ਘਰ ਵਿੱਚ ਸੰਤਾਨ ਹੋਵੇ, ਕੋਈ ਧੀ ਪੁੱਤਰ ਹੋਵੇ ਤੇ ਜਿਹਦੇ ਨਾਲ ਮੇਰਾ ਨਾਮ ਸੰਸਾਰ ਵਿੱਚ ਰਹਿ ਜਾਏ, ਮੇਰੀ ਅੰਸ਼ ਬੰਸ ਰਹਿ ਜਾਏ। ਸੋ ਜ਼ਿਮੀਂਦਾਰ ਵਪਾਰ ਕਰਦਾ ਸੀਗਾ, ਅੰਨ ਧਨ ਦੇ ਵਿੱਚ ਉਹਨੂੰ ਬਹੁਤਾ ਨਫਾ ਜਿਹੜਾ ਪ੍ਰਾਪਤ ਹੋਇਆ ਹੈ ਤੇ ਉਹਦਾ ਸੁਭਾਅ ਸੀ ਕਿ ਜਦੋਂ ਵੀ ਉਹ ਆਪਣੀ ਕਿਰਤ ਕਰਦਾ ਸੀ ਨਾ, ਜਦੋਂ ਵੀ ਉਹਨੂੰ ਲਾਭ ਹੋਣਾ, ਮਾਇਆ ਜ਼ਿਆਦੀ ਹੋ ਜਾਣੀ ਤੇ ਦਸਵੰਧ ਕੱਢ ਕੇ ਉਹਨੇ ਰੱਖ ਲੈਣਾ ਗੁਰੂ ਸਾਹਿਬ ਜੀ ਦੇ ਨਿਮਿਤ। ਆਪਣੀ ਕਿਰਤ ਕਮਾਈ ਵਿੱਚੋਂ 10ਵਾਂ ਹਿੱਸਾ ਕੱਢ ਕੇ ਰੱਖਦਾ ਹੈ। ਇਸ ਤਰ੍ਹਾਂ ਉਹ ਸਿੱਖ ਤੇ ਸਿੱਖਣੀ ਨੇ, ਪਤੀ ਪਤਨੀ ਨੇ ਆਪਸ ਵਿੱਚ ਇਹ ਸਲਾਹ ਕੀਤੀ ਹੈ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਵੀ ਘਰ ਵਿੱਚ ਨਾ ਸਿੰਘਾਂ ਨੂੰ ਬੁਲਾ ਕੇ ਤੇ ਆਪਾਂ ਦਸਵੰਧ ਉਹਨਾਂ ਨੂੰ ਭੇਟ ਕਰ ਦਿੰਦੇ ਹਾਂ ਵੀ ਗੁਰੂ ਘਰ ਦਸਵੰਧ ਹੈ, ਨਫਾ ਹੋਇਆ ਸੀ ਦਸਵੰਧ ਕੱਢ ਲਿਆ ਤੇ ਆਪਾਂ ਉਹਨਾਂ ਨੂੰ ਇਹ ਸੇਵਾ ਦੇ ਦਿੰਦੇ ਹਾਂ। ਲੰਗਰ ਪਾਣੀ ਵੀ ਛਕਾ ਦਿੰਦੇ ਹਾਂ ਤੇ ਉਹਨਾਂ ਸਿੰਘਾਂ ਦੇ ਕੋਲੋਂ ਅਰਦਾਸ ਬੇਨਤੀ ਵੀ ਕਰਾਉਂਦੇ ਹਾਂ। ਲੰਗਰ ਪਾਣੀ ਛਕਾ ਕੇ ਤੇ ਅਰਦਾਸ ਬੇਨਤੀ ਕਰ ਲਵਾਂਗੇ ਵੀ ਅਰਦਾਸ ਕਰ ਦਿਓ ਸਾਡੀ ਵੀ ਸਾਡੇ ਘਰ ਵਿੱਚ ਔਲਾਦ ਹੋ ਜਾਵੇ। ਕਿਉਂਕਿ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਕੇ ਗਏ ਹਨ ਕਿ ਜਿਹੜਾ ਜੋ ਫਲ ਚਾਹੁੰਦਾ ਹੈ, ਜੋ ਕਿਸੇ ਦੀ ਇੱਛਾ ਹੈ, ਉਹ 5 ਸਿੰਘਾਂ ਦੇ ਕੋਲ ਬੇਨਤੀ ਕਰੇ ਤੇ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਾਏ ਤੇ ਜੋ 5 ਸਿੰਘ ਤਿਆਰ ਬਰ ਤਿਆਰ ਅਰਦਾਸ ਕਰ ਦੇਣਗੇ ਤੇ ਉਹਨਾਂ ਦੀ ਅਰਦਾਸ ਸੰਪੂਰਨ ਹੋ ਜਾਏਗੀ। ਇਸ ਤਰ੍ਹਾਂ ਇਹ ਗੁਰੂ ਪੰਥ ਦੀ ਮਰਿਆਦਾ ਹੈ ਤੇ ਆਪਾਂ ਸਿੰਘਾਂ ਨੂੰ ਘਰ ਵਿੱਚ ਬੁਲਾ ਕੇ ਨਾਲੇ ਦਸਵੰਧ ਦੇ ਦਿਆਂਗੇ, ਨਾਲੇ ਲੰਗਰ ਪਾਣੀ ਛਕਾ ਕੇ ਤੇ ਉਹਨਾਂ ਦੇ ਕੋਲੋਂ ਅਰਦਾਸ ਕਰਵਾ ਲਵਾਂਗੇ। ਇਸ ਤਰ੍ਹਾਂ ਸਿੰਘਾਂ ਨਾਲ ਬਚਨ ਬਿਲਾਸ ਕਰਕੇ ਇੱਕ ਜਿਹੜਾ ਚੰਗਾ ਦਿਨ ਸੀ ਉਹ ਨਿਯਤ ਕਰ ਲਿਆ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਨੇ ਸੁਨੇਹਾ ਭੇਜ ਕੇ ਤੇ 5 ਸਿੰਘਾਂ ਨੂੰ ਆਪਣੇ ਗ੍ਰਹਿ ਵਿਖੇ ਘਰ ਵਿਖੇ ਬੁਲਾਉਣ ਦਾ ਨਿਉਂਦਾ ਦਿੱਤਾ ਹੈ।
ਚਾਹੁੰਦਾ ਹੈ ਕਿ ਗੁਰੂ ਕੇ ਸਿੱਖ ਮੇਰੇ ਘਰ ਦੇ ਵਿੱਚ ਆ ਕੇ ਆਪਣੇ ਪਵਿੱਤਰ ਚਰਨ ਪਾ ਦੇਣ ਤੇ ਮੇਰਾ ਘਰ ਪਵਿੱਤਰ ਕਰ ਦੇਵੇ। ਸਾਖ ਸਿੰਘ ਵੀ ਸਤ ਬੁਲਾਇਓ। ਉਸ ਸਿੰਘ ਨੇ ਕੀ ਕੀਤਾ ਵੀ ਜਿਹੜਾ ਉਹਦਾ ਸ਼ਰੀਕਾ ਆਦਿਕ ਸੀ, ਹੋਰ ਜਿਹੜੇ ਰਿਸ਼ਤੇਦਾਰ ਸਨ, ਉਹਨਾਂ ਨੂੰ ਵੀ ਨਾਲ ਘਰ ਵਿੱਚ ਬੁਲਾ ਲਿਆ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਉਸੇ ਸਾਲ ਇਹੋ ਜਿਹਾ ਸਮਾਂ ਆ ਬਣਿਆ ਜਦੋਂ ਇਹਨੇ ਲੰਗਰ ਤਿਆਰ ਕਰਵਾਇਆ ਤੇ ਸਿੰਘਾਂ ਨੂੰ ਨਿਉਂਦਾ ਦਿੱਤਾ ਨਾ, ਤੇ ਉਦੋਂ ਇਹ ਵੀ ਖੇਡ ਬਣ ਗਈ ਵੀ ਇਹਦਾ ਜਿਹੜਾ ਸਹੁਰਾ ਸੀ ਤੇ ਜਿਹੜੀ ਸੱਸ ਸੀ, ਉਹਨਾਂ ਨੇ ਸੋਚਿਆ ਵੀ ਕਿਉਂ ਨਾ ਚੱਲ ਕੇ ਆਪਣੀ ਜਵਾਈ ਤੇ ਆਪਣੀ ਬੇਟੀ ਨੂੰ ਮਿਲ ਆਈਏ, ਕਿਉਂਕਿ ਉਹ ਤਾਂ ਗੰਗੋ ਸ਼ਾਹੀ ਸੀ ਨਾ, ਗੰਗਈ ਸਨ, ਗੰਗਈ ਵੀ ਕਹਿ ਦਿੰਦੇ ਸਨ ਉਹਨਾਂ ਨੂੰ, ਗੰਗੋ ਸ਼ਾਹ ਨੂੰ ਮੰਨਣ ਵਾਲੇ। ਇੱਧਰ ਸਿੰਘ ਨੇ ਲੰਗਰ ਤਿਆਰ ਕੀਤਾ ਵੀ ਘਰ ਵਿੱਚ ਸਿੰਘਾਂ ਨੂੰ ਸੱਦਦੇ ਆ, ਤੇ ਉਧਰ ਇਹਦਾ ਸੱਸ ਤੇ ਸਹੁਰਾ ਵੀ ਤਿਆਰ ਹੋ ਗਏ ਵੀ ਚਲੋ ਚੱਲ ਕੇ ਜਵਾਈ ਨੂੰ ਮਿਲਦੇ ਹਾਂ। ਇਸ ਤਰ੍ਹਾਂ ਸੱਸ ਸਹੁਰਾ ਜਦੋਂ ਦੋਨੇ ਜਾਣੇ ਇਕੱਠੇ ਹੋ ਕਰਕੇ ਜਵਾਈ ਨੂੰ ਮਿਲਣ ਵਾਸਤੇ ਆ ਰਹੇ ਸਨ, ਤੇ ਰਾਹ ਦੇ ਵਿੱਚ ਇਹਨਾਂ ਦਾ ਗੁਰੂ ਇਹਨਾਂ ਨੂੰ ਮਿਲ ਪਿਆ, ਖੜਕ ਸਿੰਘ, ਜਿਹੜਾ ਗੰਗੂ ਸ਼ਾਹੀਆਂ ਤੋਂ, ਭਾਈ ਗੰਗੋ ਸ਼ਾਹ ਤੋਂ ਬਾਅਦ ਜਿਹੜਾ ਅੱਗੇ ਜਾ ਕੇ ਗੱਦੀ ਤੇ ਬੈਠਾ ਹੋਇਆ ਸੀ ਨਾ, ਗੁਰੂ ਬਣ ਗਿਆ ਸੀ। ਰਾਹ ਵਿੱਚ ਉਹਦੇ ਨਾਲ ਮੇਲ ਹੋ ਗਿਆ ਤੇ ਉਹਨੇ ਹੁਣ ਸੱਸ ਸਹੁਰੇ ਨੇ ਵੇਖਿਆ ਵੀ ਇਹ ਤਾਂ ਸਾਡਾ ਗੁਰੂ ਹੈ, ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਉਹਨੇ ਕੀ ਕੀਤਾ, ਆਖਦਾ ਵੀ ਤੁਸੀਂ ਮੇਰੇ ਨਾਲ ਚੱਲੋ, ਤੁਸੀਂ ਸਾਡੇ ਗੁਰੂ ਹੋ ਤੇ ਮੈਂ ਜਵਾਈ ਦੇ ਘਰ ਵਿੱਚ ਚੱਲਿਆ, ਤੇ ਕਿਰਪਾ ਕਰੋ ਵੀ ਤੁਸੀਂ ਵੀ ਮੇਰੇ ਨਾਲ ਮੇਰੇ ਜਵਾਈ ਦੇ ਘਰ ਵਿੱਚ ਚੱਲੋ। ਸਾਧ ਸੰਗਤ ਜੀ, ਜਿਹੜਾ ਖੜਕ ਸਿੰਘ ਸੀਗਾ ਉਹਨੇ ਮਨ ਵਿੱਚ ਸੋਚਿਆ, ਕਿਉਂਕਿ ਸੱਸ ਸਹੁਰਾ ਤਾਂ ਜਾਣਦੇ ਸਨ ਵੀ ਉਹ ਮਹਾਰਾਜ ਦਸਵੇਂ ਪਾਤਸ਼ਾਹ ਦਾ ਸਿੰਘ ਹੈ, ਤੇ ਖੜਗ ਸਿੰਘ ਨੂੰ ਵੀ ਇਹ ਗੱਲ ਦੱਸ ਦਿੱਤੀ। ਤੇ ਖੜਗ ਸਿੰਘ ਸੋਚਦਾ ਵੀ ਇਸ ਤਰ੍ਹਾਂ ਕਰਦਾ ਵੀ ਮੈਂ ਇਹਨੂੰ ਵੀ ਆਪਣਾ ਸਿੱਖ ਬਣਾ ਲੈਨੇ ਆ, ਵੀ ਜਿਹੜਾ ਦਸਵੇਂ ਪਾਤਸ਼ਾਹ ਦਾ ਸਿੰਘ ਹੈ ਨਾ ਉਹਨਾਂ ਦਾ ਜਵਾਈ, ਇਹਨੂੰ ਵੀ ਮੈਂ ਆਪਣਾ ਸਿੱਖ ਬਣਾ ਲੈਂਦਾ ਹਾਂ। ਖੇਡ ਇਹੋ ਜਿਹੀ ਵਰਤ ਗਈ ਵੀ ਅੱਗੇ ਭਾਈ ਮੇਹਰ ਸਿੰਘ ਆਏ ਹੋਏ ਸਨ, ਜਿਨ੍ਹਾਂ ਦਾ ਜ਼ਿਕਰ ਆਪਾਂ ਕੱਲ ਸੁਣਿਆ, ਦਿੱਲੀ 'ਚ ਰਹਿਣ ਵਾਲਾ ਸਿੰਘ, ਤਿਆਰ ਬਰ ਤਿਆਰ ਸਿੰਘ ਸੀ, ਤੇ 10 ਕੁ ਸਿੰਘਾਂ ਦਾ ਜਥਾ ਉਹਦੇ ਨਾਲ ਹੁੰਦਾ ਸੀਗਾ। ਤੇ ਭਾਈ ਮੇਹਰ ਸਿੰਘ ਇੱਧਰ ਕਿਤੇ ਸਰਹੰਦ ਦੇ ਇਲਾਕੇ ਵਿੱਚ ਆਏ ਹੋਏ ਸਨ, ਤੇ ਹੁਣ ਜਦੋਂ ਖੜਕ ਸਿੰਘ ਨੇ ਮਨ ਵਿੱਚ ਠਹਿਰਾ ਲਿਆ ਕਿ ਉਸ ਸਿੰਘ ਨੂੰ ਅੱਜ ਮੈਂ ਆਪਣਾ ਚੇਲਾ ਬਣਾ ਲੈਣਾ, ਇਸ ਵਿਉਂਤਬੰਦੀ ਨਾਲ ਉਸ ਸਿੱਖ ਦੇ ਘਰੇ ਆ ਗਿਆ। ਤੇ ਇੱਧਰ ਭਾਈ ਮੇਹਰ ਸਿੰਘ ਵੀ ਉਹਨਾਂ ਦੇ ਇਲਾਕੇ ਵਿੱਚ ਆਏ ਹੋਏ ਹਨ, ਉਹਨਾਂ ਦੇ ਨਾਲ 10 ਕੁ ਸਿੰਘਾਂ ਦਾ ਜਥਾ ਹੈ, ਤੇ ਸਾਰਿਆਂ ਨੇ ਸ਼ਸਤਰ ਸਜਾਏ ਨੇ, ਤਿਆਰ ਬਰ ਤਿਆਰ ਹਨ। ਇੱਧਰ ਜਦੋਂ ਲੰਗਰ ਤਿਆਰ ਹੋਇਆ ਤੇ ਸਿੰਘ ਘਰ ਦੇ ਵਿੱਚ ਸੱਦੇ, ਹੁਣ ਸਿੰਘ ਕਹਿੰਦਾ ਵੀ ਅਰਦਾਸ ਕਰੋ 5 ਪਿਆਰਿਆਂ ਨੂੰ ਤੇ ਲੰਗਰ ਛਕ ਲਓ। ਇਹਨੇ ਨੂੰ ਖੜਗ ਸਿੰਘ ਆ ਗਿਆ ਤੇ ਉਹਨੇ ਰੌਲਾ ਮਚਾ ਦਿੱਤਾ ਘਰ ਦੇ ਵਿੱਚ, ਆਖਣ ਲੱਗਾ ਵੀ ਤੂੰ, ਤੇਰੀ ਘਰ ਵਾਲੀ, ਤੇਰੀ ਸੱਸ ਤੇਰਾ ਸਹੁਰਾ ਇਹ ਮੇਰੇ ਚੇਲੇ ਨੇ, ਇਸ ਕਰਕੇ ਤੂੰ ਹੁਣ ਚਰਨ ਪਾਹੁਲ ਲੈ ਮੇਰੇ ਕੋਲੋਂ ਤੇ ਮੇਰਾ ਸਿੱਖ ਬਣ ਜਾ। ਤੇ ਜੇ ਤੂੰ ਮੇਰਾ ਸਿੱਖ ਬਣੇਗਾ ਤੇ ਫਿਰ ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਛਕ ਲਵਾਂਗੇ। ਹੁਣ ਉਹ ਸਿੰਘ ਕਹਿੰਦਾ ਵੀ ਭਾਈ ਮੈਂ ਤਾਂ ਖੰਡੇ ਬਾਟੇ ਦੀ ਪਾਹੁਲ ਛਕੀ ਹੈ, ਮੈਂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦਾ ਸਿੰਘ ਹਾਂ, ਤੇ ਮੈਂ ਤੇਰੀ ਚਰਨ ਪਾਹੁਲ ਕਿਉਂ ਲਵਾਂ, ਮੈਨੂੰ ਕੀ ਲੋੜ ਹੈ ਤੇਰਾ ਸਿੱਖ ਬਣਨ ਦੀ, ਮੈਂ ਤਾਂ ਪਹਿਲਾਂ ਹੀ ਸਿੱਖ ਹਾਂ ਗੁਰੂ ਕਾ, ਤੇ ਤੇਰੇ ਵਰਗੇ ਕੱਚੇ ਪੀਲੇ ਦੀ ਸਿੱਖੀ ਨਹੀਂ ਮੈਂ ਧਾਰਦਾ। ਪਰ ਹੁਣ ਉਤੋਂ ਜ਼ੋਰ ਬੜ ਸਾਹੁਰ ਵਾਰੀ, ਮਸਲਾ ਇਹ ਸੀ ਕਿ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਸਿੰਘ ਦੀ, ਤੇ ਇੱਧਰ ਸਹੁਰਾ ਪਰਿਵਾਰ ਉਹਨਾਂ ਦਾ ਜ਼ੋਰ ਬੜਾ ਸੀ ਜਵਾਈ ਦੇ ਉੱਤੇ। ਕਈ ਵਾਰ ਸੁਭਾਅ ਹੁੰਦਾ ਨਾ, ਕੁਝ ਨਿਮਰਤਾ ਵਾਲੇ ਹੁੰਦੇ ਨੇ, ਫਿਰ ਸਾਰੇ ਉਹਦੇ ਉੱਤੇ ਜ਼ੋਰ ਚਲਾਉਂਦੇ ਨੇ। ਸੱਸ ਸਹੁਰਾ ਵੀ ਉਹ ਵੀ ਜ਼ੋਰ ਚਲਾਉਂਦੇ ਸਨ, ਤੇ ਘਰ ਵਾਲੀ ਵੀ ਜ਼ੋਰ ਪਾਉਂਦੀ ਹੈ। ਪਹਿਲਾਂ ਸੱਸ ਸਹੁਰੇ ਨੇ ਜ਼ੋਰ ਲਾਇਆ, ਨਹੀਂ ਤੂੰ ਚਰਨ ਪਾਹੁਲ ਲੈ ਲੈ, ਤੈਨੂੰ ਸਿੱਖੀ ਵਿੱਚੋਂ ਕੀ ਮਿਲਣਾ, ਇਹ ਸਾਡਾ ਗੁਰੂ ਖੜਗ ਸਿੰਘ ਹੈ, ਇਹਦੀ ਸਿੱਖੀ ਧਾਰਨ ਕਰ ਲੈ। ਅਖੀਰ ਉਹਦੀ ਜਿਹੜੀ ਘਰ ਵਾਲੀ ਸੀ ਉਹ ਵੀ ਬੋਲ ਪਈ। ਜਦੋਂ ਵੇਖਿਆ ਨਾ ਘਰ ਵਾਲੀ ਨੇ ਮੇਰੇ ਮਾਂ ਪਿਓ ਬੋਲਦੇ ਨੇ, ਤੇ ਉਹਨੇ ਵੀ ਆਖ ਦਿੱਤਾ ਵੀ ਤੂੰ ਇਹ ਸਿੱਖੀ ਧਾਰਨ ਕਰ ਲੈ। ਉਹ ਸਿੰਘ ਫਿਰ ਕਹਿਣ ਲੱਗਾ, ਭਾਈ ਮੈਂ ਤਾਂ ਖੰਡੇ ਬਾਟੇ ਦੀ ਪਾਹੁਲ ਛਕੀ ਹੈ, ਮੈਂ ਤਾਂ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਦਾ ਚੰਡਿਆ ਹੋਇਆ, ਖੰਡੇ ਬਾਟੇ ਦੀ ਪਾਹੁਲ ਛਕੀ, ਮੈਂ ਥੋੜਾ ਪਿੱਛੇ ਹਟਣ ਵਾਲਾ ਹਾਂ।
ਹੁਣ ਉਹਦੀ ਘਰ ਵਾਲੀ ਕਹਿਣ ਲੱਗੀ ਵੀ ਮੈਨੂੰ ਤੂੰ ਪੇਕੇ ਘਰ ਤੋਂ ਵਿਆਹ ਕੇ ਇੱਥੇ ਲੈ ਕੇ ਆਇਆ ਹੈ, ਤੇ ਮੇਰਾ ਪੇਕਾ ਪਰਿਵਾਰ ਫਿਰ ਇਹ ਸਾਡੇ ਗੁਰੂ ਨੂੰ ਇੱਥੇ ਖੜਗ ਸਿੰਘ ਨੂੰ ਲੈ ਕੇ ਆਇਆ, ਤੇ ਸਾਨੂੰ ਇਹ ਚਾਹੀਦਾ ਵੀ ਅਸੀਂ ਉਹਨੂੰ ਹੀ ਮੱਥਾ ਟੇਕੀਏ। ਘਰ ਵਾਲੀ ਕਹਿਣ ਲੱਗੀ ਠੀਕ ਹੈ, ਜੇ ਤੂੰ ਨਹੀਂ ਮੱਥਾ ਟੇਕਣਾ, ਨਹੀਂ ਚਰਨ ਪਾਉਣ ਲੈਣੀ, ਤੇ ਮੈਂ ਫਿਰ ਤੇਰੇ ਘਰ ਵਿੱਚ ਮਰ ਜਾਂਦੀ ਹਾਂ। ਆ ਤੇਰਾ ਕੀਤਾ ਕਰਾਇਆ ਸਾਰਾ ਕੁਝ ਹੀ ਮੈਂ ਨਾਸ਼ ਕਰ ਦੇਣਾ, ਜਿੰਨੇ ਵੀ ਪਦਾਰਥ ਜੋੜੀ ਬੈਠਾ ਨਾ, ਜੋ ਕੁਝ ਵੀ ਕਰ ਰਹੇ ਆ ਹੁਣ ਵੀ, ਇਹ ਸਭ ਕੁਝ ਤੇਰਾ ਵਿਅਰਥ ਚਲੇ ਜਾਣਾ, ਕਿਸੇ ਲੇਖੇ ਨਹੀਂ ਲੱਗਣਾ, ਮੈਂ ਇੱਥੇ ਤੇਰੇ ਸਿਰ ਚੜ ਮਰ ਜਾਣਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁਣ ਉਹ ਇਸਤਰੀ ਸਿੰਘ ਦੀ ਘਰ ਵਾਲੀ ਹੁਣ ਤ੍ਰਿਆ ਹੱਠ ਦੇ ਵਿੱਚ ਆ ਗਈ ਹੈ। ਹੁਣ ਸਿੱਖ ਵਾਸਤੇ ਬੜਾ ਔਖਾ ਸਮਾਂ ਬਣ ਗਿਆ। ਇੱਕ ਪਾਸੇ ਇਸਤਰੀ ਹੱਠ ਕਰਨ ਲੱਗ ਪਈ, ਸੱਸ ਸਹੁਰੇ ਨੇ ਜ਼ੋਰ ਪਾ ਦਿੱਤਾ, ਉਹ ਗੁਰੂ ਵੀ ਜਿਹੜਾ ਆਇਆ ਸੀ ਉਹ ਵੀ ਆ ਕੇ ਉੱਥੇ ਸਿੰਘ ਤੇ ਜ਼ੋਰ ਪਾਉਣ ਲੱਗ ਗਿਆ, ਤੇ ਦੂਜੇ ਪਾਸੇ ਮਹਾਰਾਜ ਕਲਗੀਧਰ ਜੀ ਦਾ ਸਿੰਘ ਸੀ, ਸਿੱਖੀ ਨਹੀਂ ਛੱਡਣਾ ਚਾਹੁੰਦਾ। ਇੱਕ ਪਾਸੇ ਹੁਣ ਪਰਿਵਾਰ ਵੱਲ ਵੇਖ ਰਿਹਾ, ਸਿੰਘ ਵਾਸਤੇ ਬੜਾ ਔਖਾ ਸਮਾਂ ਬਣ ਗਿਆ ਹੈ। ਜਿਵੇਂ ਸੱਪ ਚਕਚੁੰਦਰ ਆਪਣੇ ਮੂੰਹ ਦੇ ਵਿੱਚ ਪਾ ਲੈਂਦਾ ਹੈ, ਜੇ ਤਾਂ ਹੁਣ ਉਹਨੂੰ ਛੱਡਦਾ ਹੈ ਅੰਨਾ ਹੋ ਜਾਂਦਾ ਹੈ। ਕਹਿੰਦੇ ਵੀ ਉਹ ਜਿਹੜੀ ਚਕਚੁੰਦਰ ਹੁੰਦੀ ਹੈ ਨਾ, ਉਹਦੀਆਂ ਅੱਖਾਂ ਨੀਆਂ ਕਰ ਦਿੰਦੀ ਹੈ ਪੰਜਾ ਮਾਰ ਕੇ, ਤੇ ਜੇ ਉਹ ਖਾਂਦਾ ਹੈ ਫਿਰ ਉਹਨੂੰ ਕੋੜ ਹੋ ਜਾਂਦਾ ਆ। ਹੁਣ ਦੋਨੇ ਪਾਸੇ ਫਸ ਗਿਆ ਨਾ ਸੱਪ, ਨਾ ਚਕਚੁੰਦਰ ਖਾਣ ਜੋਗਾ ਤੇ ਨਾ ਛੱਡਣ ਜੋਗਾ। ਹੁਣ ਇਹੋ ਜਿਹੇ ਹਾਲਾਤ ਗੁਰੂ ਕੇ ਸਿੰਘ ਦੇ ਬਣ ਗਏ ਨੇ, ਨਾ ਸਿੱਖੀ ਛੱਡਣ ਜੋਗਾ ਤੇ ਹੁਣ ਪਰਿਵਾਰ ਵੱਲ ਵੇਖਦਾ, ਪਰਿਵਾਰ ਵੀ ਛੱਡਣ ਜੋਗਾ ਨਹੀਂ ਹੈ। ਉਸ ਦਾ ਸਹੁਰਾ ਵੀ ਵਾਰ-ਵਾਰ ਇਹੀ ਗੱਲ ਕਹਿਣ ਲੱਗ ਪਿਆ, ਜੇ ਤਾਂ ਤੂੰ ਚਰਨ ਪਾਹੁਲ ਲੈਣਾ ਤੇ ਫਿਰ ਅਸੀਂ ਤੇਰੇ ਘਰ ਦੇ ਵਿੱਚ ਰੁਕਾਂਗੇ। ਇਹੋ ਜੀ ਗੱਲ ਸਿੱਖ ਵਾਸਤੇ ਬੜੀ ਔਖੀ ਹੋ ਗਈ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਭਾਈ ਸਿੰਘ ਨੇ ਤਾਂ ਆਪਣੇ ਵੱਲੋਂ ਭਲਾ ਕਰਨ ਦਾ ਯਤਨ ਕੀਤਾ, ਪਰ ਹੁਣ ਉਹਦੇ ਵਾਸਤੇ ਘਬਰਾਹਟ ਵਾਲੀ ਗੱਲ ਬਣ ਗਈ, ਵਿਚਕਾਰ ਫਸ ਗਿਆ ਵੀ ਹੁਣ ਕੀ ਕਰਾਂ ਤੇ ਕੀ ਨਾ ਕਰਾਂ। ਭਾਈ ਮੇਹਰ ਸਿੰਘ ਹਰੀ ਉੱਥੇ ਸਨ, ਜਦੋਂ ਉਹਨਾਂ ਨੇ ਵੇਖਿਆ ਵੀ ਇਹ ਸਾਰੇ ਸਿੰਘ ਨਾਲ ਵਧੀਕੀ ਕਰਨ ਲੱਗ ਪਏ ਨੇ, ਉਹ ਇਕੱਲਾ ਸਿੰਘ ਹੈ, ਤੇ ਭਾਈ ਮੇਹਰ ਸਿੰਘ ਨੂੰ ਬੜਾ ਗੁੱਸਾ ਆ ਗਿਆ, ਵੀਰ ਰਸ ਵਿੱਚ ਆ ਗਏ ਹਨ। ਕਮਰ ਕਸਾ ਸਜਾ ਲਿਆ ਤੇ ਸ਼ਸਤਰ ਪਹਿਨ ਲਏ। ਕਹਿੰਦੇ ਮੈਂ ਜਾ ਕੇ ਖੜਗ ਸਿੰਘ ਨੂੰ ਮੱਤ ਦੇਣਾ ਆ ਕਿ ਉਹ ਕਿਵੇਂ ਜ਼ਬਰਦਸਤੀ ਦੂਜਿਆਂ ਨੂੰ ਆਪਣਾ ਸਿੱਖ ਬਣਾਉਣ ਦਾ ਯਤਨ ਕਰਦਾ ਹੈ। ਲੜਨ ਵਾਸਤੇ ਭਾਈ ਮੇਹਰ ਸਿੰਘ ਤਿਆਰ ਹੋ ਗਏ ਤੇ ਜਾ ਕੇ ਖੜਗ ਸਿੰਘ ਨੂੰ ਇੱਕ ਗੱਲ ਕਹਿ ਦਿੱਤੀ, ਖੜਗ ਸਿਆਂ ਜਿਹੜਾ ਇੱਥੇ ਜਿਉਂਦਾ ਰਹੇਗਾ ਨਾ, ਉਹ ਇਹਨੂੰ ਆਪਣਾ ਸਿੱਖ ਬਣਾ ਲਏਗਾ। ਜੇ ਤਾਂ ਤੂੰ ਜਿਉਂਦਾ ਰਹਿ ਗਿਆ, ਇਸ ਸਿੱਖ ਨੂੰ ਤੂੰ ਆਪਣਾ ਸਿੱਖ ਬਣਾ ਲਈ, ਜੇ ਤੂੰ ਮਾਰਿਆ ਗਿਆ ਅਸੀਂ ਜਿਉਂਦੇ ਰਹਿ ਗਏ ਤੇ ਇਹ ਕਲਗੀਧਰ ਜੀ ਦਾ ਸਿੰਘ ਰਹੇਗਾ। ਜੇ ਮੈਂ ਮਰ ਗਿਆ ਤੇ ਤੂੰ ਇਹਨੂੰ ਆਪਣਾ ਸਿੱਖ ਬਣਾ ਲਈ। ਸੋ ਜਿਹੜਾ ਜਿਉਂਦਾ ਰਿਹਾ ਇਹਨੂੰ ਆਪਣਾ ਸਿੱਖ ਬਣਾ ਲਏਗਾ, ਤੇ ਜਿਹੜਾ ਮਰ ਗਿਆ ਫਿਰ ਉਹ ਕੀ ਪਾਹੁਲ ਦੇਵੇਗਾ। ਜੇ ਤੂੰ ਮਰ ਗਿਆ ਤੇ ਫਿਰ ਤੂੰ ਇਹਨੂੰ ਕੀ ਚਰਨ ਪਾਹੁਲ ਦੇਵੇਂਗਾ। ਇਸ ਕਰਕੇ ਮੇਰਾ ਤੇ ਤੇਰਾ ਹੁਣ ਇਹੀ ਕਰਾਰ ਹੈ। ਮੈਂ ਆ ਗਿਆ ਜੰਗ ਕਰਨ ਵਾਸਤੇ, ਜਿਹੜਾ ਵੱਡਾ ਯੋਧਾ ਹੈ ਨਾ, ਆਪਣੇ ਆਪ ਨੂੰ ਗੁਰੂ ਅਖਵਾਉਣਾ, ਤੇ ਆ ਮੇਰੇ ਸਾਹਮਣੇ ਆ ਕੇ ਜੰਗ ਕਰ ਮੇਰੇ ਨਾਲ, ਮੇਰੇ ਵਾਰ ਨੂੰ ਸੰਭਾਲਣਾ ਕਰ। ਜਦੋਂ ਭਾਈ ਮੇਹਰ ਸਿੰਘ ਉੱਥੇ ਚਲੇ ਗਏ ਨਾ, ਤੇ ਉਹ ਸੱਸ ਸਹੁਰੇ ਨੂੰ ਹੱਥ ਪੈਰ ਦੀ ਪੈ ਗਈ ਵੀ ਇਹ ਕਿੱਥੋਂ ਆ ਗਈ ਭਲਾ। ਤੇ ਉਸੇ ਵਕਤ ਹੀ ਆਪਣੇ ਗੁਰੂ ਖੜਗ ਸਿੰਘ ਨੂੰ ਆਪਣੇ ਗੱਡੇ ਜੇ ਤੇ ਚੜਾ ਕੇ ਤੇ ਉੱਥੋਂ ਦੌੜ ਗਏ ਹਨ। ਜਦੋਂ ਭਾਈ ਮੇਹਰ ਸਿੰਘ ਨੇ ਵੇਖਿਆ ਵੀ ਖੜਗ ਸਿੰਘ ਭੱਜ ਗਿਆ ਨਾਲ ਚੇਲੇ ਚਪਟਿਆਂ ਨੂੰ ਲੈ ਕੇ, ਤੇ ਉਹਨਾਂ ਨੇ ਅੱਗੇ ਜਾ ਕੇ ਘੇਰ ਲਿਆ ਤੇ ਮੂਹਰੇ ਖਲੋ ਗਏ। ਕਹਿੰਦੇ ਫੈਸਲਾ ਕਰਨਾ ਹੈ, ਇੱਦਾਂ ਨਹੀਂ ਜਾਣ ਦੇਣਾ। ਅੱਜ ਇਸ ਸਿੱਖ ਨੂੰ ਤੂੰ ਜ਼ਬਰਦਸਤੀ ਆਪਣਾ ਚੇਲਾ ਬਣਾਉਣਾ, ਕੱਲ ਕਿਸੇ ਹੋਰ ਸਿੱਖ ਨੂੰ ਬਣਾਏਗਾ। ਇਸ ਕਰਕੇ ਕਹਿਣ ਲੱਗੇ ਨਹ ਲੜੇ ਬਿਨਾ ਨੱਠ ਜਾਏ, ਲੜਨ ਤੋਂ ਬਿਨਾ ਨੱਠ ਕੇ ਨਾ ਜਾਈ। ਇੱਥੇ ਹੁਣ ਲੜ ਕੇ ਫੈਸਲਾ ਹੋਵੇਗਾ। ਇਸ ਤਰ੍ਹਾਂ ਉਹਨਾਂ ਦੇ ਨਾਲ 10 ਕੁ ਸਿੰਘ ਸਨ, ਉਹ ਸ਼ਸਤਰ ਕੱਢ ਕੇ ਤੇ ਖੜਗ ਸਿੰਘ ਦੇ ਮੂਹਰੇ ਖਲੋ ਗਏ ਹਨ।
ਸਾਧ ਸੰਗਤ ਜੀ, ਜਿਹੜਾ ਖੜਗ ਸਿੰਘ ਸੀ ਉਹ ਡਰਦਾ ਮਾਰਾ ਆਪਣੇ ਟੋਲੇ ਦੇ ਵਿੱਚ ਜਾ ਵੜਿਆ। ਜਿਸ ਟੋਲੇ ਦੇ ਵਿੱਚ ਉਹਦੇ 4 ਚਫੇਰੇ ਚੇਲੇ ਸਨ, ਉਹਨਾਂ ਦੇ ਵਿੱਚ ਜਾ ਵੜਿਆ ਹੈ। ਜਿਹੜੇ ਗੁਰੂ ਕੇ ਸਿੰਘ ਸਨ ਉਹ ਕਹਿੰਦੇ ਵੀ ਹੱਥ ਨਾਲ ਹੱਥ ਕੀਤੇ ਬਿਨਾਂ ਨਹੀਂ ਅਸੀਂ ਰਹਿਣਾ। ਹੁਣ ਤਾਂ 2 ਹੱਥ ਖੜਗ ਸਿੰਘ ਦੇ ਨਾਲ ਕਰਨੇ ਹੀ ਕਰਨੇ ਹਨ। ਤੇ ਸਿੰਘ ਆਖਣ ਲੱਗੇ, ਭਾਈ ਲੜਨ ਤੋਂ ਬਿਨਾਂ ਅਸੀਂ ਨਹੀਂ ਰਹਿਣਾ। ਤੇ ਦੋਨੇ ਜਿਉਂਦੇ ਨਹੀਂ ਰਹਿ ਸਕਦੇ, ਲੜ ਕੇ ਇੱਕ ਹੀ ਜਿਉਂਦਾ ਰਹੇਗਾ, ਜਾਂ ਮੈਂ ਮਾਰਿਆ ਜਾਵਾਂਗਾ। ਤੇ ਮੇਰ ਸਿੰਘ ਜੀ ਕਹਿਣ ਲੱਗੇ, ਜਾਂ ਫਿਰ ਤੂੰ ਮਾਰਿਆ ਜਾਵੇਂਗਾ। ਇਸ ਪ੍ਰਕਾਰ ਉਸ ਸਿੰਘ ਦਾ ਜਿਹੜਾ ਸਹੁਰਾ ਪਰਿਵਾਰ ਸੀ ਨਾ, ਉਹਦੇ ਮੁਖ ਪੀਲਾ ਪੈ ਗਿਆ ਹੈ। ਉਹਨਾਂ ਨੇ ਵੇਖਿਆ ਵੀ ਹੁਣ ਮਸਲਾ ਜ਼ਿਆਦਾ ਵੱਧ ਗਿਆ, ਇੱਥੇ ਤਾਂ ਹੁਣ ਮੌਤ ਸਿਰ ਤੇ ਆ ਗਈ ਹੈ। ਤੇ ਉਹਨਾਂ ਨੇ ਫਿਰ ਵਸੀਲੇ ਬਣਾਉਣੇ ਸ਼ੁਰੂ ਕਰ ਦਿੱਤੇ ਵੀ ਕਿਵੇਂ ਬਚਾਅ ਕੀਤਾ ਜਾਏ। ਜਿਹੜੇ ਸਿਆਣੇ ਸਨ, ਮੋਹਦਵਾਰ ਸਨ, ਉਹਨਾਂ ਨੂੰ ਵਿੱਚ ਲਿਆ ਕੇ ਪਾ ਲਿਆ ਵੀ ਸਾਡਾ ਫੈਸਲਾ ਕਰਾ ਦਿਓ। ਸਿੰਘ ਆਖਣ ਲੱਗੇ ਵੀ ਜੇ ਤੁਸੀਂ ਇਹ ਸੋਚੋ ਨਾ ਵੀ ਅਸੀਂ ਇਹ ਖੜਗ ਸਿੰਘ ਨੂੰ ਛੱਡ ਕੇ ਤੁਰ ਜਾਵਾਂਗੇ, ਇਹ ਨਹੀਂ ਹੋ ਸਕਦਾ। ਇਹਨੂੰ ਜਿਉਂਦਾ ਛੱਡ ਕੇ ਅਸੀਂ ਨਹੀਂ ਜਾਂਦੇ। ਤੇ ਨਾਲ ਇਹ ਵੀ ਗੱਲ ਯਾਦ ਰੱਖਿਓ ਵੀ ਸਾਡੇ ਵੇਖਦਿਆਂ ਕਿਤੇ ਮੰਜੀ ਵੀ ਨਹੀਂ ਲਾਏਗਾ ਅੱਜ ਤੋਂ ਬਾਅਦ। ਜਿਹੜਾ ਗੁਰੂ ਬਣਨਾ ਸੀ ਇਹਨੇ ਬਣ ਲਿਆ। ਅੱਜ ਤੋਂ ਬਾਅਦ ਸਾਡੇ ਵੇਖਦਿਆਂ ਇਹ ਮੰਜੀ ਨਹੀਂ ਲਾ ਸਕਦਾ, ਗੁਰੂ ਨਹੀਂ ਅਖਵਾ ਸਕਦਾ। ਸਾਧ ਸੰਗਤ ਜੀ, ਜਿਹੜੇ ਉਹ ਸਿੱਖ ਦਾ ਸਹੁਰਾ ਪਰਿਵਾਰ ਸੀ ਨਾ, ਉਹਨਾਂ ਨੇ ਜਿਹੜੇ ਵਿੱਚ ਵਕੀਲ ਪਾ ਲਏ, ਸਿਆਣੇ ਮੋਹਦਵਾਰ ਪਾ ਲਏ, ਉਹ ਇਕੱਠੇ ਹੋ ਕੇ ਭਾਈ ਮੇਰ ਸਿੰਘ ਦੇ ਪਾਸ ਆ ਗਏ ਨੇ। ਤੇ ਆ ਕੇ ਆਖਿਆ ਵੀ ਬਾਬਾ ਜੀ ਵੀ ਤੁਸੀਂ ਕਿਰਪਾ ਕਰੋ, ਥੋੜੀ ਸ਼ਾਂਤੀ ਵਰਤਾ ਦਿਓ। ਤੁਸੀਂ ਇਦਾਂ ਕਰੋ ਵੀ ਤੁਸੀਂ ਇਹ ਪਿੰਡ 'ਚ ਨਾ ਲੜੋ, ਵੀ ਚਲੋ ਜੇ ਤੁਸੀਂ ਲੜਨਾ ਹੀ ਹੈ ਖੜਗ ਸਿੰਘ ਦੇ ਨਾਲ ਤੇ ਕਿਸੇ ਹੋਰ ਜਗ੍ਹਾ ਤੇ ਤੁਰ ਜਾਓ। ਇੱਥੇ ਸ਼ਾਂਤੀ ਰਹਿਣ ਦਿਓ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਨਾ ਆਪਸ ਵਿੱਚ ਲੜਾਈ ਕਰ ਲਓ, ਇੱਕ ਦੂਜੇ ਨਾਲ ਹੱਥ ਕਰ ਲਓ। ਗੁਰੂ ਕੇ ਸਿੰਘਾਂ ਨੇ ਫਿਰ ਆਪਸ ਵਿੱਚ ਗੁਰਮਤਾ ਕਰ ਲਿਆ ਵੀ ਕਿੱਦਾਂ ਕਰਨਾ ਚਾਹੀਦਾ। ਤੇ ਸਿੰਘ ਕਹਿਣ ਲੱਗੇ ਵੀ ਠੀਕ ਹੈ, ਫਿਰ ਹੁਣ ਅਸੀਂ ਇਹ ਗੁਰਮਤਾ ਕੀਤਾ ਵੀ ਅਸੀਂ ਲੜਨਾ ਜ਼ਰੂਰ ਹੈ, ਇਸ ਪਿੰਡ ਵਿੱਚ ਨਹੀਂ ਲੜਦੇ, ਵੀ ਜਿੱਥੇ ਖੜਗ ਸਿੰਘ ਆਖੇਗਾ ਉੱਥੇ ਜਾ ਕੇ ਅਸੀਂ ਜੰਗ ਕਰ ਲਵਾਂਗੇ। ਫਿਰ ਜਿਹੜੇ ਸਿਆਣੇ ਸਨ ਉਹ ਕਹਿੰਦੇ ਵੀ ਤੁਸੀਂ ਲੜਨਾ ਹੀ ਕਾਹਨੂੰ ਹੈ, ਵੀ ਕੋਈ ਹੋਰ ਵਿਚਲਾ ਰਸਤਾ ਕੱਢ ਲਓ, ਵੀ ਚਲੋ ਲੜਾਈ ਵੀ ਨਾ ਹੋਵੇ ਤੇ ਤੁਹਾਡਾ ਮਸਲਾ ਵੀ ਹੱਲ ਹੋ ਜਾਏ। ਫਿਰ ਸਿੰਘਾਂ ਨੇ ਆਪਸ ਵਿੱਚ ਮਿਲ ਕੇ ਗੁਰਮਤਾ ਜਦੋਂ ਕੀਤਾ ਤੇ ਫਿਰ ਇਸ ਮਤੇ ਤੇ ਪਹੁੰਚੇ, ਜੋ ਇਨ ਕੋ ਪੁੱਤਰ ਦੇ ਸੋ ਇਨ ਸਿੱਖ ਕਰਾਏ, ਵੀ ਜਿਹੜਾ ਇਹਨੂੰ ਪੁੱਤਰ ਦੇ ਦੇਗਾ। ਵੀ ਔਲਾਦ ਨਹੀਂ ਸੀ ਨੇ ਤਾਂ ਹੀ ਸਿੰਘ ਸੱਦੇ ਸਨ ਨਾ ਘਰ ਵਿੱਚ ਅਰਦਾਸ ਕਰਾਉਣ ਦੇ ਲਈ। ਇਹ ਖੜਗ ਸਿੰਘ ਐਵੇਂ ਆ ਧਮਕਿਆ ਵਿੱਚ ਵੀ ਜਿਹੜਾ ਇਹਨੂੰ ਪੁੱਤਰ ਦੀ ਦਾਤ ਦੇ ਦੇਗਾ ਨਾ, ਤੇ ਉਹੀ ਇਹਨੂੰ ਆਪਣਾ ਸੇਵਕ ਬਣਾ ਲਏਗਾ। ਇਹ ਉਸੇ ਦਾ ਹੀ ਸੇਵਕ ਬਣੇਗਾ ਜਿਹਦੇ ਵਰ ਦੇ ਨਾਲ ਇਹਦੇ ਘਰ ਵਿੱਚ ਪੁੱਤਰ ਜਨਮ ਲਵੇਗਾ। ਇਹ ਗੱਲ ਗੰਗੂ ਸ਼ਾਹੀਆਂ ਨੇ ਵੀ ਮੰਨ ਲਈ ਹੈ। ਉਹ ਕਹਿੰਦੇ ਪੁੱਤਰ ਹੋਵੇ ਨਾ ਹੋਵੇ, ਜਾਨ ਤਾਂ ਬਚਾਓ, ਵਕਤ ਤਾਂ ਟਾਲੋ। ਇੱਕ ਵਾਰ ਬਲਾ ਟਲ ਗਈ, ਮੁੜ ਕੇ ਫਿਰ ਕਿਹਨੇ ਵਾਪਸ ਆਉਣਾ ਹੈ। ਇਸ ਤਰ੍ਹਾਂ ਉਹ ਆਪਣੀ ਜਾਨ ਬਚਾਉਣ ਲੱਗੇ ਹਨ। ਉਹਨਾਂ ਨੇ ਨਾ ਜਾਂਦੀ ਵਾਰ ਇੱਕ ਬਚਨ ਕਹਿ ਦਿੱਤਾ ਖੜਗ ਸਿੰਘ ਨੇ ਵੀ 1 ਸਾਲ ਦੇ ਵਿੱਚ ਇਸ ਸਿੱਖ ਦੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲਵੇਗਾ। ਪੂਰੇ 1 ਸਾਲ ਬਾਅਦ ਪੁੱਤਰ ਜਨਮ ਲਏਗਾ। ਅੱਜ ਦੇ ਦਿਨ ਹੀ 1 ਸਾਲ ਬਾਅਦ, ਅੱਜ ਤੋਂ 1 ਸਾਲ ਬਾਅਦ ਇਸੇ ਦਿਨ ਹੀ ਆ ਕੇ ਇਹਨੂੰ ਮੈਂ ਆਪਣੀ ਚਰਨ ਪੌਲ ਦੇ ਕੇ ਆਪਣਾ ਸਿੱਖ ਬਣਾ ਲਵਾਂਗਾ। ਸਿੰਘ ਕਹਿੰਦੇ ਠੀਕ ਹੈ, ਜੇ ਤੂੰ ਇਹ ਬਚਨ ਕਰਕੇ ਜਾਣਾ ਨਾ ਇਸ ਸਿੰਘ ਨੂੰ, ਅਸੀਂ ਤੇਰੀ ਗੱਲ ਮੰਨ ਲੈਂਦੇ ਹਾਂ, ਪਰ ਲਿਖ ਕੇ ਦੇ ਕੇ ਜਾ। ਇਹ ਨਾ ਹੋਵੇ ਕੱਲ ਨੂੰ ਮੁੱਕਰ ਜਾਏ ਤੂੰ। ਇੱਥੇ ਲਿਖ ਕੇ ਦੇ ਕੇ ਜਾ ਸਾਨੂੰ ਵੀ 1 ਸਾਲ ਬਾਅਦ ਇਹਦੇ ਘਰ ਵਿੱਚ ਪੁੱਤਰ ਜਨਮ ਲਏਗਾ ਤੇ ਅੱਜ ਦੇ ਦਿਨ ਆ ਕੇ ਤੂੰ ਇਹਨਾਂ ਨੂੰ ਪਾਹੁਲ ਦੇਵੇਂਗਾ। ਤੇ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਉਹਦੇ ਕੋਲੋਂ ਲਿਖਤੀ ਤੌਰ ਤੇ ਲੈ ਲਿਆ ਹੈ। ਉਸ ਤੋਂ ਬਾਅਦ ਭਾਈ ਮੇਰ ਸਿੰਘ ਨੇ ਬਚਨ ਉਚਾਰੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਉਹ ਕਹਿਣ ਲੱਗੇ, ਗੁਰੂ ਕੇ ਪਿਆਰੇ ਸਿੱਖੋ ਪ੍ਰੇਮ ਨਾਲ ਸੁਣੋ। ਇਹਨਾਂ ਨੇ ਬਚਨ ਆਖਿਆ ਹੈ ਕਿ ਅਸੀਂ ਇਸ ਸਿੱਖ ਨੂੰ ਪੁੱਤਰ ਦਾ ਵਰ ਬਖਸ਼ਾਂਗੇ। ਇਸ ਪ੍ਰਕਾਰ
ਕਹਿਣ ਲੱਗੇ ਵੀ ਅਸੀਂ ਇਹਨੂੰ ਪੁੱਤਰ ਦੀ ਦਾਤ ਦੇਵਾਂਗੇ। ਸਿੰਘ ਕਹਿਣ ਲੱਗੇ, ਇਹਨੇ ਵੀ ਇਹੀ ਗੱਲ ਆਖੀ ਹੈ ਵੀ 1 ਸਾਲ ਬਾਅਦ ਇਹਨਾਂ ਦੇ ਗ੍ਰਹਿ ਵਿਖੇ ਪੁੱਤਰ ਜਨਮ ਧਾਰਨ ਕਰੇਗਾ। ਤੇ ਸਿੰਘ ਆਖਣ ਲੱਗੇ, ਹਮ ਦੋਨੋਂ ਥੋ ਸੋਊ ਮਾਰੇ, ਅਸੀਂ ਵਰ ਲੈ ਲਿਆ ਇਹਨਾਂ ਦੇ ਕੋਲੋਂ ਵੀ ਇਹ 1 ਸਾਲ ਬਾਅਦ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਹੋਵੇਗਾ, ਲਿਖਤੀ ਵਰ ਲਿਆ, ਪਰ ਅਸੀਂ ਇਹਨੂੰ ਮਾਰਨ ਵਾਸਤੇ ਆਏ ਸੀ, ਇਹਨੂੰ ਅਸੀਂ ਜਿਉਂਦਾ ਨਹੀਂ ਸੀ ਛੱਡਣਾ। ਪਰ ਸਿੱਖ ਕੇ ਹਿਤ ਸਿੱਖਣੀ ਕੋ ਅਹੇਤ। ਪਰ ਮਸਲਾ ਇਹ ਹੈ ਵੀ ਇੱਕ ਪਾਸੇ ਜਿਹੜਾ ਸਿੱਖ ਹੈ ਉਹ ਸਿੱਖੀ ਨਾਲ ਪ੍ਰੇਮ ਕਰਦਾ ਹੈ, ਪਰ ਉਹਦੀ ਜਿਹੜੀ ਸਿੱਖਣੀ ਘਰ ਵਾਲੀ ਹੈ ਉਹ ਗੰਗੂ ਸ਼ਾਹੀ ਪਰਿਵਾਰ ਵਿੱਚੋਂ ਆ, ਉਹਨਾਂ ਨੂੰ ਮੰਨਣ ਵਾਲੀ ਹੈ, ਤੇ ਉਹਦਾ ਸਿੱਖੀ ਨਾਲ ਅਹੇਤ ਹੈ, ਪ੍ਰੇਮ ਨਹੀਂ। ਇਸ ਕਰਕੇ ਅਸੀਂ ਇਹਨਾਂ ਨੂੰ ਕੁਝ ਨਹੀਂ ਆਖਿਆ। ਇਹ ਗੱਲ ਇਸ ਤਰ੍ਹਾਂ ਹੋ ਗਈ ਵੀ ਜਿਵੇਂ ਰੇਤ ਦੇ ਵਿੱਚ ਅੱਧਾ ਕੰਚਨ ਹੋਵੇ ਤੇ ਅੱਧੀ ਰੇਤ ਹੋਵੇ, ਭਾਵ ਸੋਨਾ ਅੱਧਾ ਸੋਨਾ ਤੇ ਅੱਧੀ ਰੇਤ ਹੋਵੇ। ਇਹ ਗੱਲ ਇਸ ਤਰ੍ਹਾਂ ਬਣ ਗਈ ਵੀ ਸਿੱਖ ਸਿੱਖੀ ਨਾਲ ਪ੍ਰੇਮ ਕਰਨ ਵਾਲਾ, ਪਰ ਉਹਦੀ ਘਰ ਵਾਲੀ ਸਿੱਖੀ ਨਾਲ ਪ੍ਰੇਮ ਨਹੀਂ ਕਰਦੀ, ਵੀ ਅੱਧੀ ਰੇਤ ਹੈ ਤੇ ਅੱਧਾ ਸੋਨਾ ਹੈ। ਸੋ ਇਸ ਕਰਕੇ ਅਸੀਂ ਇਹ ਖੜਗ ਸਿੰਘ ਨੂੰ ਮਾਰਨਾ ਚਾਹੁੰਦੇ ਸੀ, ਪਰ ਅਸੀਂ ਇਹਨੂੰ ਹੁਣ ਮਾਰਾਂਗੇ ਨਹੀਂ, ਤੇ ਇਸ ਕਰਕੇ ਖਾਲਸਾ ਵੀ ਹੁਣ ਬਚਨ ਕਰੇਗਾ। ਪੰਜ ਸਿੰਘਾਂ ਨੇ ਮਿਲ ਕੇ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਧਾਰਨ ਕੀਤਾ ਹੈ। ਸਾਧ ਸੰਗਤ ਅਰਦਾਸ ਕਰਦੇ ਨੇ ਕਿ ਸਤਿਗੁਰੂ ਕਿਰਪਾ ਕਰੋ, ਆ ਗੰਗੂ ਸ਼ਾਹੀਆ ਕਹਿ ਕੇ ਗਿਆ ਵੀ ਸਾਲ ਬਾਅਦ ਪੁੱਤਰ ਹੋਵੇਗਾ, ਪਰ ਤੁਸੀਂ ਇਸ ਸਿੱਖ ਨੂੰ ਨਾ 7 ਮਾਹੀਆ ਪੁੱਤਰ ਦਿਓ, ਭਾਵ ਕਿ 7 ਮਹੀਨੇ ਬਾਅਦ ਜਿਹਦਾ ਜਨਮ ਹੋ ਜਾਏ, ਇਹੋ ਜਿਹਾ ਪੁੱਤਰ ਬਖਸ਼ ਦਿਓ। ਸਤਿਗੁਰ ਜਾਣੀ ਜਾਣ, ਮਹਾਰਾਜ ਕਲਗੀਧਰ ਜੀ ਜਾਣੀ ਜਾਣ ਸਨ। ਗੁਰੂ ਪੰਥ ਨੇ ਜਦੋਂ ਅਰਦਾਸ ਕੀਤੀ ਤੇ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਥ ਦੀ ਅਰਦਾਸ ਕਬੂਲ ਕਰ ਲਈ ਹੈ। ਸੋ ਇਸ ਕਰਕੇ ਸਾਧ ਸੰਗਤ ਗੁਰੂ ਕੇ ਸਿੰਘਾਂ ਨੇ ਜੈਸੇ ਗੰਗੂ ਸ਼ਾਹੀਆਂ ਦੀ ਗੱਲ ਲਿਖ ਲਈ, ਤੇ ਨਾਲ ਸਿੰਘਾਂ ਨੇ ਆਪਣੀ ਵੀ ਗੱਲ ਲਿਖ ਦਿੱਤੀ, ਲਿਖਵਾ ਦਿੱਤੀ, ਭਾਈ ਵੀ ਇਹ ਵੀ ਲਿਖ ਲਓ ਕਿ 7 ਮਹੀਨੇ ਬਾਅਦ ਇਸ ਸਿੰਘ ਦੇ ਘਰ ਵਿੱਚ ਪੁੱਤਰ ਜਨਮ ਲਏਗਾ। ਤੇ ਸਿੰਘ ਕਹਿਣ ਲੱਗੇ, ਪੂਰੇ 7 ਮਹੀਨੇ ਬਾਅਦ ਅਸੀਂ ਇਸੇ ਦਿਨ ਹੀ ਤੁਹਾਡੇ ਘਰ ਦੇ ਵਿੱਚ ਚੱਲ ਕੇ ਆਵਾਂਗੇ। ਜਿਹੜਾ ਦਸਵੰਧ ਤੂੰ ਗੁਰੂ ਪੰਥ ਵਾਸਤੇ ਕੱਢਿਆ ਸੀ ਹੁਣ ਨਹੀਂ ਲੈ ਕੇ ਜਾਣਾ, ਜਦੋਂ ਤੇਰੇ ਘਰ ਵਿੱਚ ਪੁੱਤਰ ਜਨਮ ਲਏਗਾ ਸਿੱਖਾ, ਉਦੋਂ ਤੇਰੇ ਪੁੱਤਰ ਦੇ ਕੋਲੋਂ ਆ ਕੇ ਅਸੀਂ ਦਸਵੰਧ ਲਵਾਂਗੇ। ਇਹ ਬਚਨ ਕਹਿ ਦਿੱਤਾ ਭਾਈ ਮੇਹਰ ਸਿੰਘ ਨੇ ਵੀ ਜੇ ਜਿਉਂਦੇ ਰਹਿ ਗਏ ਤੇ 7 ਮਹੀਨੇ ਬਾਅਦ ਤੇਰੇ ਘਰ ਦੇ ਵਿੱਚ ਜ਼ਰੂਰ ਆਵਾਂਗੇ। ਇਸ ਤਰ੍ਹਾਂ ਦੋਹਾਂ ਦਿਸ਼ਾਵਾਂ ਦੇ ਜਿਹੜੇ ਕਰਾਰ ਸਨ ਉਹ ਲਿਖ ਦਿੱਤੇ ਗਏ ਹਨ। ਸਿੰਘ ਨੇ ਪ੍ਰਸ਼ਾਦ ਸਿੰਘਾਂ ਨੂੰ ਵੀ ਛਕਾ ਦਿੱਤਾ, ਤੇ ਜਿਹੜਾ ਖੜਗ ਸਿੰਘ ਗੰਗੂ ਸ਼ਾਹੀਆ ਆਇਆ ਸੀ ਉਹਨੂੰ ਵੀ ਲੰਗਰ ਛਕਾ ਕੇ ਤੇ ਘਰੋਂ ਬਾਹਰ ਕੱਢ ਦਿੱਤਾ ਹੈ। ਇਸ ਪ੍ਰਕਾਰ 7 ਮਹੀਨੇ ਦਾ ਜਿਹੜਾ ਸਮਾਂ ਹੈ ਉਹ ਬਤੀਤ ਹੋ ਗਿਆ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪੰਥ ਨੇ ਹੁਕਮ ਕੀਤਾ ਸੀ ਤੇ 7 ਮਹੀਨੇ ਬਾਅਦ ਉਸ ਸਿੱਖ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਧਾਰਨ ਕੀਤਾ ਹੈ। ਉਹ ਹੁਣ ਸਾਲ ਦਾ ਬਚਨ ਕਹਿ ਕੇ ਗਿਆ ਸੀ, ਉਹਦਾ ਬਚਨ ਤਾਂ ਨਫਲ ਹੋ ਗਿਆ ਨਾ, ਤੇ ਜਿਹੜਾ ਬਚਨ ਮਹਾਰਾਜ ਕਲਗੀਧਰ ਜੀ ਦੇ ਸਿੰਘਾਂ ਨੇ ਕੀਤਾ ਉਹ ਬਚਨ ਸਫਲਾ ਹੋ ਗਿਆ। ਸਿੱਖ ਦੇ ਘਰ ਦੇ ਵਿੱਚ ਜਦੋਂ ਪੁੱਤਰ ਨੇ ਜਨਮ ਧਾਰਨ ਕੀਤਾ, ਉਸ ਸਿੱਖ ਦੇ ਮਨ ਅੰਦਰ ਆਨੰਦ ਪੈਦਾ ਹੋ ਗਿਆ, ਤੇ ਇਸ ਤਰ੍ਹਾਂ ਖੁਸ਼ੀ ਦੇ ਵਿੱਚ ਸਿੱਖ ਨੇ ਢੋਲ ਵਜਾ ਦਿੱਤੇ ਹਨ। ਹਿਰਦੇ ਦੇ ਵਿੱਚ ਇੱਕ ਖੁਸ਼ੀ ਇਹ ਸੀ ਕਿ ਸਤਿਗੁਰਾਂ ਨੇ ਮੈਨੂੰ ਸੁਪੁੱਤਰ ਦੀ ਦਾਤ ਬਖਸ਼ੀ ਹੈ, ਤੇ ਦੂਜੀ ਖੁਸ਼ੀ ਮਨ ਵਿੱਚ ਇਹ ਸੀ ਕਿ ਗੁਰੂ ਨੇ ਆਪਣੇ ਸਿੰਘਾਂ ਦੀ ਪੈਜ ਰੱਖ ਲਈ, ਆਪਣੇ ਪਿਆਰਿਆਂ ਦੀ ਲਾਜ ਰੱਖ ਲਈ। ਕੀਤੀ ਅਰਦਾਸ ਮਹਾਰਾਜ ਨੇ ਸਫਲੀ ਕਰ ਦਿੱਤੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਸਿੱਖਾਂ ਦੀ ਪੈਜ ਰੱਖ ਲਈ ਹੈ। ਪੰਜ ਸਿੰਘਾਂ ਦੀ ਕੀਤੀ ਹੋਈ ਅਰਦਾਸ ਜਿਹੜੀ ਰਾਸ ਆ ਗਈ।
ਜਦੋਂ ਗੁਰੂ ਕਾ ਸਿੱਖ ਚੜ੍ਹਦੀ ਕਲਾ ਵਾਲਾ ਤਿਆਰ ਬਰ ਤਿਆਰ ਅਰਦਾਸ ਕਰਦਾ, ਉਹ ਅਰਦਾਸ ਸਫਲ ਹੀ ਹੋ ਜਾਂਦੀ ਮਹਾਰਾਜ ਦੇ ਦਰ ਦੇ ਉੱਪਰ। ਇਸ ਪ੍ਰਕਾਰ ਗੁਰੂ ਖਾਲਸੇ ਕੀ ਅਰਦਾਸ ਸਫਲ ਹੀ ਹੋ ਗਈ ਤੇ ਸਿੱਖ ਦੇ ਮਨ ਅੰਦਰ ਬੜੀਆਂ ਖੁਸ਼ੀਆਂ ਪੈਦਾ ਹੋ ਗਈਆਂ ਹਨ। ਜਿਹੜੇ ਗੰਗੂ ਦਾਸ ਸਨ, ਭਾਵ ਉਹਦੇ ਚੇਲੇ ਸਨ ਅੱਗੋਂ, ਤੇ ਖੜਗ ਸਿੰਘ ਜੈਸੇ ਗੁਰੂ ਬਣੀ ਬੈਠਾ ਸੀਗਾ, ਉਹਨਾਂ ਦੀ ਗੱਲ ਹਲਕੀ ਪੈ ਗਈ। ਖਾਲਸੇ ਦੇ ਅੰਦਰ ਖੁਸ਼ੀਆਂ ਪੈਦਾ ਹੋ ਗਈਆਂ ਤੇ ਗੰਗੂ ਸ਼ਾਹ ਦੀ ਪੂਜਾ ਪ੍ਰਤਿਸ਼ਠਾ ਉਹਦੇ ਚੇਲਿਆਂ ਦੀ ਘਟ ਗਈ ਹੈ। ਇਸੇ ਪ੍ਰਕਾਰ ਹਾਂਜੀ ਭਇਓ ਜੈ ਜੈਕਾਰ ਘੁਮਿਆਰ ਸਿੰਘ ਜਯੋ ਦਸਵੰਦ ਆਏ ਉਨ ਦਿਨ ਉਸੀ। ਇਸ ਤਰ੍ਹਾਂ ਭਾਈ ਮੇਹਰ ਸਿੰਘ ਦੀ ਜੈ ਜੈਕਾਰ ਹੋਣ ਲੱਗ ਪਈ। ਉਸੇ ਦਿਨ ਹੀ ਆਇਆ 7 ਮਹੀਨੇ ਬਾਅਦ ਜਦੋਂ ਪੁੱਤਰ ਨੇ ਜਨਮ ਧਾਰਨ ਕੀਤਾ, ਭਾਈ ਮੇਹਰ ਸਿੰਘ ਉਹ ਸਿੰਘ ਦੇ ਘਰ ਦੇ ਵਿੱਚ ਆਏ ਦੁਬਾਰਾ, ਤੇ ਜਿਹੜਾ ਗੁਰੂ ਕਾ ਦਸਵੰਧ ਉਹਨੇ ਕੱਢਿਆ ਸੀ ਤੇ ਫਿਰ ਪੁੱਤਰ ਹੋਣ ਤੇ ਉਹ ਦਸਵੰਧ ਆ ਕੇ ਲਿਆ। ਇਸ ਤਰ੍ਹਾਂ ਭਾਈ ਜਿਨ੍ਹਾਂ ਨੂੰ ਨਿਸ਼ਚਾ ਹੁੰਦਾ ਸਤਿਗੁਰੂ ਮਹਾਰਾਜ ਉੱਪਰ, ਜਿਹੜੇ ਡੋਲਦੇ ਨਹੀਂ, ਤੇ ਉਹਨਾਂ ਦੀ ਅਰਦਾਸ ਸਤਿਗੁਰੂ ਆਪਣੇ ਦਰ ਤੇ ਕਬੂਲ ਜ਼ਰੂਰ ਕਰਦੇ ਨੇ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਨ ਜਿਹੜਾ ਵਾਹਿਗੁਰੂ ਦਾ ਪਿਆਰਾ, ਉਹਦੀ ਅਰਦਾਸ ਨਹੀਂ ਕਦੇ ਬਿਰਥੀ ਹੁੰਦੀ। ਸਾਧ ਸੰਗਤ ਜੀ, ਦੁਆਬੇ ਦੇਸ਼ ਦੇ ਵਿੱਚ 4 ਚਫੇਰੇ ਕਹਿੰਦੇ ਨੇ ਵੀ ਪਰਬਤ ਦੀ ਇਲਾਕਾ ਹੈ। ਇੱਕ ਪਾਸੇ ਜਿਵੇਂ ਸਤਲੁਜ ਵੀ ਵਹਿੰਦੀਆਂ ਨੂੰ, ਤੇ ਨਾਲ ਪਰਬਤੀ ਇਲਾਕਾ, ਪਹਾੜ ਹੀ ਪਹਾੜ ਨੇ, ਉੱਥੇ ਰਿਆਸਤਾਂ ਨੇ। ਇਸ ਪ੍ਰਕਾਰ ਭਾਈ ਰਤਨ ਸਿੰਘ ਜੀ ਕਹਿੰਦੇ ਲਾਗ ਦੁਆਬੇ ਦੇਸ਼ ਕੇ ਪਰਬਤ ਬੀਤ ਕਹਾਏ। ਦੁਆਬੇ ਦੇਸ਼ ਦੇ ਲਾਗੇ ਹੀ ਕਹਿੰਦੇ ਪਰਬਤੀ ਇਲਾਕਾ ਹੈ। ਇਸੇ ਪ੍ਰਕਾਰ ਸਤਲੁਜ ਬਿਆਸ ਆਦਿਕ ਵੀ ਉੱਥੇ ਵਹਿੰਦੀ ਹੈ। ਤੇ ਢਿੱਗ ਘਾਗੋ ਪਿੰਡ ਹੋਤੋ, ਉਸ ਇਲਾਕੇ ਦੇ ਕੋਲ, ਪਰਬਤੀ ਇਲਾਕੇ ਕੋਲ ਇੱਕ ਘਾਗੋ ਪਿੰਡ ਪੈਂਦਾ ਸੀਗਾ, ਤੇ ਖੱਤਰੀ ਗੰਗੂ ਵਸਾਏ। ਉੱਥੇ ਗੰਗੂ ਖੱਤਰੀ ਜਿਹੜਾ ਸੀ ਉਹ ਵਸਦਾ ਸੀਗਾ। ਭਾਈ ਸਾਹਿਬ ਹੁਣ ਕਥਾ ਲਿਖਣ ਲੱਗੇ ਵੀ ਸਵਾਲ ਹੈ ਵੀ ਗੰਗੂ ਸ਼ਾਹ ਕੌਣ ਸੀਗਾ, ਜਿਹਦੇ ਚੇਲੇ ਸਨ ਗੁਰੂ ਬਣੀ ਬੈਠੇ ਸਨ। ਉਹਦੀ ਕਥਾ ਲਿਖਦੇ ਗੰਗੂ ਸ਼ਾਹ ਦੀ। ਭਾਈ ਕਾਨ ਸਿੰਘ ਨਾਭਾ ਦੇ ਅਨੁਸਾਰ ਗੜ੍ਹ ਸ਼ੰਕਰ ਦੇ ਇਲਾਕੇ ਦਾ ਰਹਿਣ ਵਾਲਾ ਸੀਗਾ ਜਿਹੜਾ ਇਹ ਗੰਗੂ ਸ਼ਾਹ, ਤੇ ਘਾਗੋ ਇਹਦਾ ਪਿੰਡ ਸੀਗਾ, ਤੇ ਜਾਤ ਕਰਕੇ ਖੱਤਰੀ ਹੈ। ਇਹਦੇ ਕੋਲ ਰਿਜ਼ਕ ਬਹੁਤ ਥੋੜਾ ਸੀ, ਵੀ ਇਉਂ ਕਹਿ ਲਓ ਵੀ ਗਰੀਬ ਸੀਗਾ, ਤੇ ਮਸਾਂ ਹੀ ਆਪਣਾ ਗੁਜ਼ਾਰਾ ਚਲਾਉਂਦਾ ਹੈ। ਇਹਨੇ ਡਾਂਗ ਰੱਖੀ ਹੁੰਦੀ ਸੀ ਤੇ ਉਹਦੇ ਨਾਲ ਵੱਡੀ ਸਾਰੀ ਪੋਟਲੀ ਬੰਨੀ ਹੁੰਦੀ ਸੀ, ਵਿੱਚ ਸਾਜੋ ਸਮਾਨ ਰਸਤਾਂ ਬਸਤਾਂ ਦਾ ਪਾਇਆ ਹੁੰਦਾ ਸੀ, ਤੇ ਦੌੜ ਦੌੜ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹ ਵੇਚਦਾ ਹੁੰਦਾ ਤੇ ਗੁਜ਼ਾਰਾ ਚਲਾਉਂਦਾ ਹੈ। ਉਸ ਸਮੇਂ ਕੁਝ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਸਨ। ਇਹ ਰਾਹ ਦੇ ਵਿੱਚ ਫੇਰਾ ਪਾ ਰਿਹਾ ਸੀ, ਆਪਣਾ ਸਮਾਨ ਵੇਚਦਾ ਸੀ, ਤੇ ਇਹਦਾ ਮਿਲਾਪ ਸੰਗਤ ਨਾਲ ਹੋਇਆ ਹੈ। ਗੰਗੂ ਸ਼ਾਹ ਪੁੱਛਣ ਲੱਗਾ ਸੰਗਤ ਨੂੰ ਵੀ ਤੁਸੀਂ ਇਕੱਠੇ ਹੋ ਕੇ ਕਿੱਧਰ ਨੂੰ ਜਾ ਰਹੇ ਹੋ? ਤੇ ਸੰਗਤਾਂ ਨੇ ਆਖਿਆ ਵੀ ਸ੍ਰੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਤੇ ਗੋਇੰਦਵਾਲ ਸਾਹਿਬ ਚੱਲੇ ਹਾਂ। ਤੇ ਗੰਗੂ ਸ਼ਾਹ ਪੁੱਛਣ ਲੱਗਾ ਵੀ ਉਹ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ, ਵੀ ਕਿਹੋ ਜਿਹੇ ਨੇ, ਕਿੰਨੀ ਕੁ ਉਹਨਾਂ ਵਿੱਚ ਸ਼ਕਤੀ ਹੈ, ਤੇ ਮੈਨੂੰ ਉਹਨਾਂ ਬਾਰੇ ਦੱਸੋ ਵੀ ਜਿਨ੍ਹਾਂ ਦੇ ਦੀਦਾਰ ਕਰਨ ਤੁਸੀਂ ਇੰਨੀ ਸ਼ਰਧਾ ਨਾਲ ਜਾ ਰਹੇ ਹੋ। ਤੇ ਸਿੱਖ ਕਹਿਣ ਲੱਗਾ ਵੀ ਉਹ ਮੁਕਤ ਤੇ ਭੁਗਤ ਦੋਹਾਂ ਦੀ ਦਾਤ ਬਖਸ਼ਦੇ ਨੇ, ਮੁਕਤੀ ਵੀ ਦਿੰਦੇ ਨੇ ਤੇ ਪਦਾਰਥਾਂ ਦੀ ਦਾਤ ਵੀ ਬਖਸ਼ਿਸ਼ ਕਰਦੇ ਹਨ। ਗੰਗੂ ਸ਼ਾਹ ਕਹਿੰਦਾ ਮੈਨੂੰ ਨਹੀਂ ਮੁਕਤੀ ਚਾਹੀਦੀ। ਉਹਨਾਂ ਨੇ ਆਖਿਆ ਨਾ ਵੀ ਮੁਕਤ ਭੁਗਤ ਦੋਨੇ ਹੀ ਬਖਸ਼ਦੇ। ਆਖਦਾ ਵੀ ਮੈਂ ਮੁਕਤੀ ਕੀ ਕਰਨੀ ਹੈ, ਮੈਨੂੰ ਮੁਕਤੀ ਦੀ ਕੋਈ ਲੋੜ ਨਹੀਂ ਹੈ, ਤੇ ਮੈਂ ਤੁਹਾਡੇ ਨਾਲ ਚੱਲਦਾ, ਭੁਗਤ ਪਦਾਰਥ ਦਵਾ ਦਿਓ ਮੈਨੂੰ। ਮੁਕਤੀ ਆਪਾਂ ਕੀ ਕਰਨੀ ਹੈ, ਪਦਾਰਥ ਹੀ ਆਪਾਂ ਨੂੰ ਠੀਕ ਨੇ, ਵੀ 4 ਦਿਨ ਇੱਥੇ ਸੌਖੇ ਲੰਘ ਜਾਣਗੇ, ਤੇ ਮੈਂ ਤੁਹਾਡੇ ਨਾਲ ਚੱਲਦਾ, ਤੇ ਜਿੱਥੇ ਤੁਸੀਂ ਲਾਓਗੇ ਤੇ ਮੈਨੂੰ ਵੀ ਦਵਾ ਦੇਣਾ। ਸਿੱਖ ਕਹਿਣ ਲੱਗੇ ਗੰਗੂ ਸ਼ਾਹ ਨੂੰ ਵੀ ਉੱਥੇ ਤਾਂ ਦੋਨੇ ਹੀ ਬਥੇਰੀਆਂ ਨੇ, ਘਣੀਆਂ ਨੇ, ਬਹੁਤੀਆਂ ਨੇ, ਵੀ ਉੱਥੇ ਮੁਕਤੀ ਵੀ ਘਣੀ ਹੈ, ਬਹੁਤੀ ਹੈ, ਤੇ ਉੱਥੇ ਭੁਗਤ ਪਦਾਰਥ ਵੀ ਬਹੁਤੇ ਨੇ,
ਜਿਹੜਾ ਵੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲੈ। ਇੰਨੇ ਪਦਾਰਥ ਜਿਹੜੇ ਨੇ ਉਹ ਤਾਂ ਦਰਸ਼ਨ ਕਰਨ ਨਾਲ ਹੀ ਪ੍ਰਾਪਤ ਹੋ ਜਾਂਦੇ ਗੁਰੂ ਅਮਰਦਾਸ ਮਹਾਰਾਜ ਦੇ। ਦੁਨੀਆ ਦੇ ਪਦਾਰਥ ਧਰਮ ਅਰਥ ਕਾਮ ਮੋਕਸ਼ ਗੁਰੂ ਦੇ ਦੀਦਾਰ ਕਰਦਿਆਂ ਝੋਲੀ 'ਚ ਪੈ ਜਾਂਦੇ ਹਨ। ਜਿਹੜਾ ਮਹਾਰਾਜ ਦੇ ਦਰਸ਼ਨ ਪ੍ਰਾਪਤ ਕਰਦਾ ਉਹ ਦਰਸ਼ਨ ਕਰਨ ਮਾਤਰ ਹੀ ਧਨੀ ਬਣ ਜਾਂਦਾ ਹੈ। ਦੀਦਾਰ ਕਰਕੇ ਹੀ ਉਹਦੇ ਕੋਲ ਧਨ ਦੀ ਜਿਹੜੀ ਕਮੀ ਥੋੜ ਹੁੰਦੀ ਹੈ ਮੁੱਕ ਜਾਂਦੀ ਹੈ। ਤੇ ਸਤਿਗੁਰੂ ਉਹਨੂੰ ਇਹੋ ਜਿਹਾ ਧਨੀ ਬਣਾ ਦਿੰਦੇ ਵੀ ਉਹ ਦੇਣਹਾਰਾ ਬਣ ਜਾਂਦਾ ਆ। ਭਾਵ ਇੰਨੇ ਪਦਾਰਥ ਆ ਜਾਂਦੇ ਫਿਰ ਉਹ ਅੱਗੇ ਦਾਨੀ ਵੀ ਬਣ ਜਾਂਦਾ, ਲੋਕਾਂ ਦੀ ਝੋਲੀ ਵੀ ਭਰਨ ਲੱਗ ਪੈਂਦਾ ਹੈ। ਜਿਹੜਾ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਿਸ਼ਚਾ ਧਾਰ ਕੇ ਦਰਸ਼ਨ ਕਰਦਾ ਹੈ, ਗੁਰੂ ਕੇ ਚਰਨਾਂ ਦੀ ਪੂਜਾ ਕਰਦਾ ਹੈ। ਗੰਗੂ ਸ਼ਾਹ ਕਹਿਣ ਲੱਗਾ ਵੀ ਭਾਈ ਮੇਰੇ ਕੋਲ ਭੇਟਾ ਕੋਈ ਨਹੀਂ ਹੈ। ਹੁਣ ਤੁਸੀਂ ਚੱਲਿਓ ਸਾਰੇ ਭਟਾਵਾਂ ਲੈ ਕੇ ਚੱਲਿਓ ਆਪਣੀ ਯਥਾ ਸ਼ਕਤੀ ਅਨੁਸਾਰ, ਵੀ ਮੈਂ ਤਾਂ ਗਰੀਬੜਾ ਜਿਹਾ ਬੰਦਾ, ਵੀ ਮੇਰੇ ਕੋਲ ਭੇਟਾ ਕੋਈ ਨਹੀਂ, ਤੇ ਕਿਵੇਂ ਜਾ ਕੇ ਉਹਨਾਂ ਦੇ ਚਰਨਾਂ ਨੂੰ ਛੂਵਾਂਗਾ, ਕਿਵੇਂ ਦਰਸ਼ਨ ਕਰਾਂਗਾ, ਮੱਥਾ ਟੇਕਾਂਗਾ। ਨਾਲ ਫਿਰ ਕਹਿਣ ਲੱਗਾ ਵੀ ਮੇਰੇ ਕੋਲ ਤਾਂ ਖਾਣ ਵਾਸਤੇ ਵੀ ਪੈਸਾ ਆਦਿਕ ਨਹੀਂ, ਵੀ ਮੈਂ ਤੁਹਾਡੇ ਨਾਲ ਸਫ਼ਰ ਕਰਕੇ ਜਾਣਾ ਹੈ, ਵੀ ਰਾਹ ਵਿੱਚ ਲੰਗਰ ਕਿੱਥੋਂ ਛਕਾਂਗਾ, ਜੇ ਗੋਇੰਦਵਾਲ ਸਾਹਿਬ ਰਵਾਂਗਾ ਤੇ ਉੱਥੋਂ ਕਿੱਥੋਂ ਮੈਂ ਪ੍ਰਸ਼ਾਦਾ ਛਕਾਂਗਾ, ਵੀ ਮੇਰੇ ਕੋਲ ਤਾਂ ਖਰਚਾ ਵੀ ਕੋਈ ਨਹੀਂ ਹੈ। ਸੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਭਾਈ, ਤੂੰ ਸਾਡੇ ਨਾਲ ਚੱਲ, ਤੇਰਾ ਗੁਜ਼ਾਰਾ ਹੋ ਜਾਏਗਾ, ਜਿੱਥੇ ਅਸੀਂ ਲੰਗਰ ਛਕਾਂਗੇ ਤੂੰ ਵੀ ਛਕ ਲਈ। ਜਦੇ ਗੋਇੰਦਵਾਲ ਸਾਹਿਬ ਪਹੁੰਚਾਂਗੇ ਉੱਥੇ ਵੀ ਮਹਾਰਾਜ ਦੇ ਲੰਗਰ ਚੱਲਦੇ ਨੇ, ਵੀ ਉੱਥੇ ਜਾ ਕੇ ਤੂੰ ਵੀ ਪ੍ਰਸ਼ਾਦਾ ਛਕ ਲਵੀਂ। ਇਹ ਬਚਨ ਸੁਣ ਕੇ ਗੰਗੂ ਸ਼ਾਹ ਸੰਗਤਾਂ ਦੇ ਨਾਲ ਰਲ ਗਿਆ ਹੈ। ਇਸ ਪ੍ਰਕਾਰ ਚੱਲਦਾ ਚੱਲਦਾ ਸ੍ਰੀ ਗੋਇੰਦਵਾਲ ਸਾਹਿਬ ਜਾ ਪਹੁੰਚਿਆ ਹੈ। ਸਾਰੀਆਂ ਸੰਗਤਾਂ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਸਤਿਗੁਰਾਂ ਦੇ ਚਾ ਫੇਰੇ ਪ੍ਰਕਰਮਾ ਕੀਤੀ, ਪ੍ਰਕਰਮਾ ਕਰਕੇ ਪ੍ਰੇਮ ਦੇ ਨਾਲ ਧਰਤੀ ਤੇ ਮੱਥਾ ਰੱਖ ਕੇ ਸੀਸ ਰੱਖ ਕੇ ਨਮਸਕਾਰ ਕੀਤੀ ਹੈ। ਹੁਣ ਜਿਹੜੀਆਂ ਸੰਗਤਾਂ ਸਾਨੂੰ ਉਹਨਾਂ ਨੇ ਭਟਾਵਾਂ ਰੱਖੀਆਂ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਪਾਸ ਬੇਨਤੀ ਕੀਤੀ ਹੈ। ਸਤਿਗੁਰਾਂ ਨੇ ਉਹਨਾਂ ਨੂੰ ਬਚਨ ਕੀਤੇ ਤੇ ਸਾਰੀਆਂ ਸੰਗਤਾਂ ਨੇ ਮਨ ਇੱਛਤ ਫਲਾਂ ਦੀ ਪ੍ਰਾਪਤੀ ਕਰ ਲਈ। ਲੰਮੀ ਸਾਰੀ ਲਾਈਨ ਲੱਗੀ ਹੋਈ ਸੀ। ਜਿਉਂ-ਜਿਉਂ ਸੰਗਤ ਅੱਗੇ ਵੱਧਦੀ ਹੈ ਨਮਸਕਾਰ ਕਰਦੀ ਜਾਂਦੀ ਹੈ। ਜਿਉਂ-ਜਿਉਂ ਸੰਗਤ ਧਨ ਆਦਿਕ, ਕੋਈ ਧਨ ਲੈ ਕੇ ਆਇਆ, ਕੋਈ ਪਦਾਰਥ ਲੈ ਕੇ ਆਇਆ, ਜਿਵੇਂ ਕਿਸੇ ਦੀ ਯਥਾਯੋਗ ਸ਼ਕਤੀ ਸੀ ਉਹਦੇ ਅਨੁਸਾਰ ਉਹ ਲਿਆ ਕੇ ਜਦੋਂ ਧਨ ਭੇਟਾ ਕਰਦੇ, ਮਾਇਆ ਆਦਿਕ ਭੇਟਾ ਕਰਦੇ ਹਨ। ਤੇ ਸੰਗਤਾਂ ਦਾ ਚੜਾਇਆ ਹੋਇਆ ਧਨ ਵੇਖ ਕੇ, ਤੋਹਫੇ ਵੇਖ ਕੇ ਤੇ ਗੰਗੂ ਸ਼ਾਹ ਸ਼ਰਮਿੰਦਾ ਹੋ ਰਿਹਾ ਸੀ, ਕਿਉਂਕਿ ਉਹਦੇ ਪਾਸ ਬਹੁਤਾ ਕੁਝ ਹੈ ਕੋਈ ਨਹੀਂ ਸੀ। ਤੇ ਸੰਗਤਾਂ ਵੱਲ ਤੇ ਉਹਨਾਂ ਦੀਆਂ ਭਟਾਵਾਂ ਵੱਲ ਜਦੋਂ ਵੇਖਦਾ ਤੇ ਸ਼ਰਮਿੰਦਾ ਹੁੰਦਾ ਹੈ। ਕਾਰਨ ਇਹ ਸੀ ਕਿ ਗੰਗੂ ਦੇ ਕੋਲ ਕੇਵਲ ਗੁੜ ਸੀਗਾ ਤੇ ਉਹ ਵੀ ਪਿੱਲਾ ਗੁੜ ਸੀ, ਢਿੱਲਾ ਜਿਹਾ ਗੁੜ ਉਹਨੇ ਪਾਸ ਰੱਖਿਆ ਹੋਇਆ ਸੀ। ਹੁਣ ਲੈ ਕੇ ਤਾਂ ਆਇਆ ਸੀ ਵੀ ਚਲੋ ਗੁੜ ਰੱਖ ਕੇ ਨਮਸਕਾਰ ਕਰ ਦਿਆਂਗਾ, ਪਰ ਜਦੋਂ ਸੰਗਤਾਂ ਦੀ ਮਾਇਆ ਵੇਖੀ ਤੇ ਮੁਖ ਪੀਲਾ ਪੈ ਗਿਆ। ਹਿੰਮਤ ਨਾ ਪਈ ਵੀ ਮੈਂ ਕਿਵੇਂ ਗੁੜ ਮੂਹਰੇ ਰੱਖਾਂ, ਵੀ ਪਿੱਲਾ ਜਿਹਾ ਢਿੱਲਾ ਜਿਹਾ ਗੁੜ ਹੈ, ਵੀ ਮੇਰੇ ਵਾਸਤੇ ਤਾਂ ਸ਼ਰਮ ਦੀ ਗੱਲ ਹੈ ਵੀ ਮੈਂ ਕਿਵੇਂ ਗੁੜ ਰੱਖ ਕੇ ਮੱਥਾ ਟੇਕ ਦਿਆਂ ਗੁਰੂ ਸਾਹਿਬ ਨੂੰ। ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਕਥਾ ਅਕਥ ਹੈ ਭਾਈ, ਇੱਕ ਜ਼ਬਾਨ ਦੇ ਨਾਲ ਕਥਨ ਨਹੀਂ ਕੀਤੀ ਜਾ ਸਕਦੀ। ਐਸੇ ਜਾਣੀ ਜਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੱਖ ਦੇ ਹਿਰਦੇ ਦੀ ਜਾਣ ਗਏ। ਸਤਿਗੁਰੂ ਜਾਣ ਗਏ ਵੀ ਸਿੱਖ ਸ਼ੰਕੇ ਵਿੱਚ ਪੈ ਗਿਆ, ਚਿੰਤਾ ਤੁਰ ਹੋ ਗਿਆ, ਦੁਬਿਧਾ ਦੇ ਵਿੱਚ ਪੈ ਗਿਆ ਹੈ। ਪਿੱਛੇ ਖਲੋਤਾ ਹੋਇਆ ਸੀ ਗੰਗੋ ਸ਼ਾਹ ਤੇ ਆਵਾਜ਼ ਮਾਰੀ, ਸਿੱਖਾ ਮੂਹਰੇ ਆ ਜਾ, ਅੱਗੇ ਆ ਜਾ, ਪਿੱਛੇ ਕਿਉਂ ਖਲੋਤਾ ਹੋਇਆ ਹੈ। ਜਿਹੜੀ ਭੇਟਾ ਲੈ ਕੇ ਆਇਆ ਨਾ ਮੂਹਰੇ ਰੱਖ ਦੇ, ਸ਼ੰਕਾ ਕਰਨ ਦੀ ਲੋੜ ਨਹੀਂ, ਜੋ ਲੈ ਕੇ ਆਇਆ ਉਹ ਭੇਟਾ ਕਰ ਦੇ। ਮਹਾਰਾਜ ਕਹਿੰਦੇ ਇੱਥੇ ਸੁਦਾਮੇ ਦੇ ਚਾਵਲਾਂ ਦੀ ਜ਼ਰੂਰਤ ਹੈ।
ਸੁਦਾਮਾ ਜਦੋਂ ਮਿਲਣ ਗਿਆ ਭਗਵਾਨ ਕ੍ਰਿਸ਼ਨ ਨੂੰ ਤੇ ਸੁੱਕੇ ਚੌਲ ਲੈ ਗਿਆ ਮੁੱਠੀ ਭਰ, ਉਹੀ ਘਰ ਵਿੱਚ ਸੀ, ਘਰ ਵਾਲੀ ਨੇ ਨਾਲ ਬੰਨ੍ਹ ਦਿੱਤੇ ਤੇ ਭਗਵਾਨ ਨੇ ਉਹ ਭੇਟਾ ਕਬੂਲ ਕੀਤੀ ਨਾ, ਕਿਉਂਕਿ ਖੇਡ ਤਾਂ ਗੋਬਿੰਦ ਭਾਓ ਭਗਤ ਦਾ ਭੁੱਖਾ, ਇੱਥੇ ਤਾਂ ਪ੍ਰੇਮ ਦਾ ਭੁੱਖਾ ਹੈ ਵਾਹਿਗੁਰੂ ਅਕਾਲ ਪੁਰਖ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਇੱਥੇ ਤਾਂ ਭਾਵੇਂ ਕੋਈ ਪ੍ਰੇਮਾ ਭਗਤੀ ਦੇ ਨਾਲ ਕੌਡੀ ਵੀ ਮੂਹਰੇ ਰੱਖ ਲਈ ਮਹਾਰਾਜ, ਉਹ ਵੀ ਕਬੂਲ ਕਰ ਲੈਂਦੇ ਨੇ। ਇੱਥੇ ਲੱਖਾਂ ਕਰੋੜਾਂ ਵਾਲਿਆਂ ਦੀ ਅਹਿਮੀਅਤ ਨਹੀਂ ਵੀ ਕਿਸੇ ਲੱਖ ਚੜ੍ਹਾ ਦਿੱਤਾ ਕਿਸੇ ਕਰੋੜ ਚੜ੍ਹਾ ਦਿੱਤਾ ਵੀ ਉਹ ਵੱਡਾ ਹੋ ਗਿਆ, ਨਹੀਂ। ਵੱਡਾ ਕੌਣ ਹੈ? ਜਿਹੜਾ ਪ੍ਰੇਮੀ ਹੈ ਮਹਾਰਾਜ ਦਾ। ਭਾਵੇਂ ਕੋਈ ਪ੍ਰੇਮ ਦੇ ਵਿੱਚ ਆ ਕੇ ਕਰੋੜਾਂ ਰੁਪਏ ਅਰਪਣ ਕਰ ਦਏ, ਭਾਵੇਂ ਕੋਈ ਪ੍ਰੇਮ ਵਿੱਚ ਆ ਕੇ ਕੌਡੀ ਅਰਪਣ ਕਰ ਦਏ, ਦੋਨੇ ਚੀਜ਼ਾਂ ਇੱਕੋ ਹੀ ਨੇ ਗੁਰੂ ਵਾਸਤੇ, ਫਰਕ ਨਹੀਂ ਨਾ ਕਰਦੇ ਮਹਾਰਾਜ। ਇਹ ਨਹੀਂ ਵੀ ਆਪਾਂ ਹੁਣ ਜਿਹੜੇ ਸੇਵਾ ਕਰਦੇ ਨੇ ਬਹੁਤੀ ਮਾਇਆ ਭੇਟ ਕਰਦੇ ਨੇ ਵੀ ਆਪਾਂ ਆਖ ਦਈਏ ਵੀ ਉਹਨਾਂ ਨੇ ਬਹੁਤੀ ਮਾਇਆ ਭੇਟ ਕਰ ਦਿੱਤੀ, ਉਹਨਾਂ ਦੀ ਅਹਿਮੀਅਤ ਨਹੀਂ, ਐਸਾ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰਾ ਸੋਨਾ ਦਰਬਾਰ ਸਾਹਿਬ ਉਹਨਾਂ ਨੇ ਹੀ ਲਵਾਇਆ, ਪ੍ਰੇਮ ਦੇ ਵਿੱਚ ਆ ਕੇ ਲਵਾਇਆ ਨਾ। ਉਹ ਪ੍ਰੇਮੀ ਸਿੱਖ ਸਨ ਮਹਾਰਾਜ ਦੇ, ਉਹਨਾਂ ਨੇ ਸੇਵਾ ਕਰਕੇ ਵੀ ਨਿਮਰਤਾ ਹੀ ਰੱਖੀ ਜੀਵਨ ਦੇ ਵਿੱਚ। ਮਾਇਆ ਸੀ, ਪਦਾਰਥ ਸਨ, ਸੇਵਾ ਕਰਦੇ ਰਹੇ, ਸਾਰੀ ਜ਼ਿੰਦਗੀ ਸੇਵਾ ਕਰਦੇ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ। ਕੋਈ ਚੰਗੀ ਚੀਜ਼ ਹੋਣੀ ਤੇ ਲਿਆ ਕੇ ਦਰਬਾਰ ਸਾਹਿਬ ਭੇਟਾ ਕਰ ਦੇਣੀ, ਨਾ ਮੈਂ ਇਹਦੇ ਯੋਗ ਨਹੀਂ। ਇਹਦੇ ਯੋਗ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ। ਮੈਂ ਤਾਂ ਗਰੀਬੜਾ ਜਿਹਾ ਸਿੱਖ ਹਾਂ। ਇਹ ਨਹੀਂ ਵੀ ਜਿਹਦੇ ਕੋਲ ਕਰੋੜਾਂ ਰੁਪਏ ਆ ਗਏ ਤੇ ਜੇ ਉਹਨੇ ਭੇਟ ਕਰ ਦਿੱਤਾ ਤੇ ਆਪਾਂ ਨਾਲ ਹੀ ਕਹਿ ਦਿੱਤਾ ਨਹੀਂ ਇੱਥੇ ਤਾਂ ਮਹਾਰਾਜ ਕੌਡੀਆਂ ਕਬੂਲ ਦੇ। ਗੱਲ ਇਹ ਨਹੀਂ, ਗੱਲ ਪ੍ਰੇਮ ਦੀ ਹੈ। ਪ੍ਰੇਮ 'ਚ ਆ ਕੇ ਭਾਵੇਂ ਕੌਡੀ ਰੱਖ ਜਾਏ ਕੋਈ, ਤੇ ਪ੍ਰੇਮ ਵਿੱਚ ਆ ਕੇ ਭਾਵੇਂ ਕੋਈ ਕਰੋੜਾਂ ਰੁਪਏ ਭੇਟ ਕਰ ਦਏ, ਕੀਮਤ ਪ੍ਰੇਮ ਦੀ ਪੈਣੀ ਹੈ, ਗੱਲ ਕੌਡੀ ਦੀ ਤੇ ਗੱਲ ਕਰੋੜਾਂ ਦੀ ਨਹੀਂ। ਇਸ ਕਰਕੇ ਗੱਲ ਭਾਵਨਾ ਦੀ ਹੈ। ਸੋ ਇਹਾਂ ਸੁਦਾਮੇ ਤੁੰਦਲ ਲੋੜ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਸਿੱਖਾ ਇੱਥੇ ਤਾਂ ਸੁਦਾਮੇ ਦੇ ਚਾਵਲਾਂ ਦੀ ਜ਼ਰੂਰਤ ਹੈ। ਅਸਲ ਦੇ ਵਿੱਚ ਇਹ ਤੇਰਾ ਗੁੜ ਹੈ ਨਾ, ਇਹੀ ਸਾਡੇ ਵਾਸਤੇ ਲੱਖਾਂ ਕਰੋੜਾਂ ਦੇ ਵਾਂਗੂ ਹੈ। ਕਿਉਂ? ਤੇਰੀ ਭਾਵਨਾ ਸਾਨੂੰ ਨਜ਼ਰ ਆ ਰਹੀ ਹੈ। ਅਸੀਂ ਤੇਰੀ ਭਾਵਨਾ ਨੂੰ ਵੇਖ ਰਹੇ ਹਾਂ, ਤੇਰੇ ਪ੍ਰੇਮ ਨੂੰ ਵੇਖ ਰਹੇ ਹਾਂ। ਅਸੀਂ ਭੇਟਾ ਵੱਲ ਨਹੀਂ ਵੇਖਦੇ, ਇਹ ਵੇਖਦੇ ਹਾਂ ਵੀ ਭੇਟਾ ਅਰਪਣ ਵਾਲਾ ਕਿਹੋ ਜਿਹੀ ਭਾਵਨਾ ਲੈ ਕੇ ਇੱਥੇ ਆਇਆ ਹੈ। ਗੰਗੋ ਨੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਗੁੜ ਭੇਟ ਕੀਤਾ, ਅਰਦਾਸ ਕੀਤੀ, ਹੇ ਸਤਿਗੁਰੂ ਆਪ ਅੰਤਰਜਾਮੀ ਜਾਣੀ ਜਾਣ ਹੋ। ਕਿਰਪਾ ਕਰੋ ਮੈਨੂੰ ਰਿਜ਼ਕ ਦੇ ਦਿਓ। ਮਹਾਰਾਜ ਤੁਹਾਡਾ ਗਰੀਬੜਾ ਜਿਹਾ ਸਿੱਖਾਂ, ਗੁਜ਼ਾਰਾ ਬੜਾ ਔਖਾ ਚੱਲਦਾ ਹੈ ਤੇ ਮੈਨੂੰ ਸਿੱਖ ਪਛਾਣ ਕੇ ਨਾ ਕੋਈ ਟਹਿਲ ਵੀ ਦੇ ਦਿਓ, ਕੋਈ ਸੇਵਾ ਵੀ ਆਪਣੇ ਘਰ ਦੀ ਦੇ ਦਿਓ ਤਾਂ ਕਿ ਮੈਂ ਤੁਹਾਡੇ ਘਰ ਦੀ ਸੇਵਾ ਕਰਦਾ ਰਹਾ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਇਆ ਦੇ ਘਰ ਦੇ ਵਿੱਚ ਆ ਗਏ ਤੇ ਸਿੱਖ ਨੂੰ ਕਹਿਣ ਲੱਗੇ ਹਨ। ਸਤਿਗੁਰੂ ਕਹਿੰਦੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਗੋਇੰਦਵਾਲ ਸਾਹਿਬ ਜਾਓ, 84 ਪੌੜੀਆਂ ਵਾਲੀ ਬਾਉਲੀ ਬਣਾਈ ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ। ਬਚਨ ਕੀਤਾ ਵੀ ਜਿਹੜਾ ਇੱਥੇ 84 ਪੌੜੀਆਂ ਤੇ 84 ਵਾਰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਇਹਦੇ ਵਿੱਚ ਇਸ਼ਨਾਨ ਕਰੇਗਾ ਤੇ ਉਹਦੀ 84 ਕੱਟੀ ਜਾਏਗੀ। ਇਹ ਵਰ ਦਿੱਤਾ ਮੇਰੇ ਸੱਚੇ ਪਾਤਸ਼ਾਹ ਨੇ ਬਾਉਲੀ ਸਾਹਿਬ ਨੂੰ। ਗੁਰੂ ਕਾ ਤੀਰਥ ਹੈ, ਗੁਰ ਸਮਾਨ ਜਿਹੜਾ ਤੀਰਥ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਉਹਦੇ ਸਮਾਨ ਦੁਨੀਆ ਦਾ ਕੋਈ ਵੀ ਤੀਰਥ ਨਹੀਂ। ਜਿਹੋ ਜਿਹਾ ਤੀਰਥ ਮਹਾਰਾਜ ਨੇ ਬਣਾ ਦਿੱਤਾ, ਕੋਈ ਵੀ ਤੀਰਥ ਉਹਦੀ ਬਰਾਬਰੀ ਨਹੀਂ ਕਰ ਸਕਦਾ। ਤੇ ਬਾਉਲੀ ਸਾਹਿਬ ਦੀ ਖੁਦਾਈ ਚੱਲਦੀ ਸੀ। ਸਤਿਗੁਰਾਂ ਨੇ ਆਖਿਆ ਵੀ ਸਿੱਖਾ ਇਦਾਂ ਕਰ ਵੀ ਬਾਉਲੀ ਸਾਹਿਬ ਦੀ ਸੇਵਾ ਕਰਨ ਲੱਗ ਪਏ। ਸੇਵਾ ਚੱਲਦੀ ਰਹੀ ਤੇ ਜਦੋਂ ਹੇਠਲੇ ਪਾਸੇ ਮਿੱਟੀ ਪੁੱਟਦਿਆਂ ਥਲੜਾ ਤਲ ਆਇਆ ਨਾ, ਜਿੱਥੇ ਪਾਣੀ ਸੀਗਾ ਹੇਠਾਂ, ਤੇ ਉਹ ਪਾਣੀ ਦੇ ਉੱਪਰਲੇ ਪਾਸੇ ਕੜ ਸੀਗਾ। ਇਉਂ ਕਹਿ ਲਓ ਵੀ ਇੱਟਾਂ ਦੀ ਇੱਕ ਮੋਟੀ ਪਰਤ ਸੀ, ਜਿਹਦੇ ਕਰਕੇ ਹੇਠਲਾ ਪਾਣੀ ਜਿਹੜਾ ਉੱਪਰ ਪ੍ਰਗਟ ਨਹੀਂ ਸੀ ਹੁੰਦਾ, ਉਹ ਕੜ ਟੁੱਟਦਾ ਨਹੀਂ ਸੀ। ਤੇ ਸਿੱਖਾਂ ਨੇ ਬੜੇ ਯਤਨ ਕੀਤੇ ਵੀ ਉਹ ਕੜ ਟੁੱਟ ਜਾਏ। ਬਹੁਤ ਸਾਰੀਆਂ ਸੰਗਤਾਂ ਉੱਥੇ ਟਹਿਲ ਸੇਵਾ ਕਰਦੀਆਂ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਬਾਉਲੀ ਵਿੱਚ ਹੇਠਾਂ ਰੋੜਾਂ ਦਾ ਕੜ ਆ ਗਿਆ ਤੇ ਉਹ ਟੁੱਟਦਾ ਨਹੀਂ। ਸੋ ਉਹ ਜਿਹੜਾ ਸਮਾਂ ਹੁਣ ਨੇੜੇ ਆ ਪਹੁੰਚਿਆ ਜਦੋਂ ਬਾਉਲੀ ਸਾਹਿਬ ਦਾ ਵਿਚੜਾ ਕੜ ਟੁੱਟਣਾ ਹੈ। ਜਿਸ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਉਲੀ ਸਾਹਿਬ ਦਾ ਕੜ ਤੋੜਾਇਆ ਹੈ,
ਇੱਧਰ ਸਾਧ ਸੰਗਤ ਜੀ ਚਤੌੜ ਦਾ ਕਿਲ੍ਹਾ ਸੀ, ਜਿਹਦੇ ਵਿੱਚ ਦੋ ਰਾਜਪੂਤ ਭਰਾ ਅਕਬਰ ਦੇ ਨਾਲ ਜੰਗ ਕਰ ਰਹੇ ਸਨ, ਆਕੀ ਹੋ ਗਏ ਸਨ। ਹੁਣ ਚਤੌੜ ਦਾ ਜਿਹੜਾ ਕਿਲ੍ਹਾ ਸੀਗਾ ਅਕਬਰ ਫਤਿਹ ਨਹੀਂ ਸੀ ਕਰ ਸਕਿਆ। ਕਵੀ ਸੰਤੋਖ ਸਿੰਘ ਹੋਰਾਂ ਨੇ ਵੀ ਲਿਖਿਆ ਹੈ ਕਿ ਰਾਜੇ ਅਕਬਰ ਨੇ ਬੇਨਤੀ ਵੀ ਕੀਤੀ ਮਹਾਰਾਜ ਗੁਰੂ ਅਮਰਦਾਸ ਜੀ ਨੂੰ। ਸਤਿਗੁਰੂ ਕਹਿੰਦੇ ਜਦੋਂ ਬਾਉਲੀ ਦਾ ਕੜ ਟੁੱਟੇਗਾ ਇਧਰ ਤੇਰੇ ਚਤੌੜ ਵਾਲਾ ਵੀ ਕੜ ਤੇਰਾ ਫਤਿਹ ਹੋ ਜਾਣਾ ਹੈ। ਹੁਣ ਮਹਾਰਾਜ ਇੱਕ ਸਮੇਂ ਵਿੱਚ ਦੋਨੇ ਹੀ ਮੋਰਚੇ ਫਤਿਹ ਕਰਨਾ ਚਾਹੁੰਦੇ ਹਨ। ਮਹਾਰਾਜ ਨੇ ਕਿਰਪਾ ਕੀਤੀ ਵੀ ਉਹ ਦੋਨੇ ਕੜ ਨਾ ਇੱਕ ਦੂਜੇ ਦੇ ਨਾਲ ਜੋੜ ਦਿੱਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਆਖਣ ਲੱਗੇ ਗੰਗੋ ਸ਼ਾਹ ਵਦਾਨ ਹਥੋੜਾ ਲੈ ਲੈ ਤੇ ਬੌਲੀ ਸਾਹਿਬ ਵਿੱਚ ਵੜ ਜਾ। ਜ਼ੋਰ ਦੇ ਨਾਲ ਉਹਦਾ ਵਾਰ ਕੱਢ ਤੇ ਕੜ ਟੁੱਟ ਜਾਏਗਾ। ਤੇ ਭਾਈ ਗੰਗੋ ਸ਼ਾਹ ਵਦਾਨ ਹਥੋੜਾ ਲੈ ਕੇ ਬੌਲੀ ਸਾਹਿਬ ਦੇ ਵਿੱਚ ਉਤਰ ਗਏ ਤੇ ਜ਼ੋਰ ਦੇ ਨਾਲ ਜਦੋਂ ਵਾਰ ਕੀਤਾ ਉਹਨਾਂ ਨੇ ਤਾਂ ਇੱਟਾਂ ਦਾ ਕੜ ਟੁੱਟ ਗਿਆ ਤੇ ਬੌਲੀ ਸਾਹਿਬ ਦੇ ਵਿੱਚ ਜਲ ਭਰ ਗਿਆ ਹੈ। ਤੇ ਜਦੋਂ ਕਹਿੰਦੇ ਇੱਧਰ ਕਰ ਟੁੱਟ ਗਿਆ ਤੇ ਉਧਰ ਚਤੌੜ ਦਾ ਕਿਲ੍ਹਾ ਜਿਹੜਾ ਸੀ ਉਹ ਅਕਬਰ ਬਾਦਸ਼ਾਹ ਨੇ ਫਤਿਹ ਕਰ ਲਿਆ ਹੈ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਵੀ ਗੰਗੂ ਤੂੰ ਫਤਿਹਦਾਰ ਹੋ ਗਿਆ ਹੈ, ਭਾਵ ਫਤਿਹ ਲੈਣ ਵਾਲਾ ਹੋ ਗਿਆ ਹੈ। ਅੱਜ ਬੌਲੀ ਦਾ ਕੜ ਟੁੱਟਿਆ ਤੇ ਤੂੰ ਫਤਿਹ ਪ੍ਰਾਪਤ ਕਰ ਲਈ ਹੈ। ਕਹਿੰਦੇ ਜਦੋਂ ਕੜ ਟੁੱਟਿਆ ਨਾ ਤੇ ਬੌਲੀ ਸਾਹਿਬ ਵਿੱਚ ਜਲ ਭਰ ਗਿਆ ਤੇ ਗੰਗੋ ਵਿੱਚ ਡੁੱਬ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨੂੰ ਬਾਹਰ ਕਢਾਇਆ ਤੇ ਸਤਿਗੁਰੂ ਇੰਨੇ ਕੁ ਖੁਸ਼ ਹੋਏ ਤੇ ਕਹਿਣ ਲੱਗੇ ਸਿੱਖਾ ਮੰਗ ਹੁਣ ਕੀ ਮੰਗਦਾ ਹੈ। ਅਰਦਾਸ ਕਰਦਾ ਮਹਾਰਾਜ ਧਨੀ ਬਣਾ ਦਿਓ, ਮਾਇਆ ਧਾਰੀ ਬਣਾ ਦਿਓ। ਮਾਇਆ ਚਾਹੀਦੀ ਸੀ ਕਿਉਂਕਿ ਪਹਿਲਾਂ ਕਹਿ ਆਇਆ ਸੀ ਨਾ ਵੀ ਮੁਕਤੀ ਤਾਂ ਆਪਾਂ ਨੂੰ ਚਾਹੀਦੀ ਨਹੀਂ, ਵੀ ਆਪਾਂ ਨੂੰ ਤਾਂ ਭੁਗਤੀ ਠੀਕ ਹੈ। ਫਿਰ ਮੰਗ ਲਈ ਸਤਿਗੁਰੂ ਮੈਨੂੰ ਤਾਂ ਮਾਇਆ ਚਾਹੀਦੀ ਹੈ ਤੇ ਮੈਨੂੰ ਮਾਇਆ ਦੇ ਦਿਓ, ਧਨਵਾਨ ਬਣਾ ਦਿਓ। ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਕਰ ਵੀ ਦਿੱਲੀ ਚਲਾ ਜਾ, ਉੱਥੇ ਜਾ ਕੇ ਨਾ ਹੁੰਡੀਵਾਲ ਤੂੰ ਬਣ ਜਾ। ਹੁੰਡੀਵਾਲ ਦਾ ਭਾਵ ਹੈ ਵੀ ਜਿਵੇਂ ਅੱਜ ਕੱਲ੍ਹ ਚੈੱਕ ਲਿਖ ਦਈਦਾ ਨਾ ਆਪਾਂ ਬੈਂਕ 'ਚ ਜਾ ਕੇ ਕੈਸ਼ ਕਰਾ ਲੈਂਦੇ ਹਾਂ, ਉਦੋਂ ਹੁੰਡੀ ਕੀਤੀ ਜਾਂਦੀ ਸੀਗੀ। ਤੇ ਇੱਕ ਸ਼ਾਹੂਕਾਰ ਹੁੰਡੀ ਕਰ ਦਿੰਦਾ ਸੀ ਦੂਜੇ ਨੂੰ ਤੇ ਦੂਜਾ ਨੂੰ ਪੈਸਾ ਦੇ ਦਿੰਦਾ ਸੀ, ਹੁੰਡੀ ਤੋੜ ਦਿੰਦਾ ਸੀਗਾ। ਜਿਵੇਂ ਅੱਜ ਕੱਲ੍ਹ ਆਪਾਂ ਚੈੱਕ ਤੜਾਉਂਦੇ ਹਾਂ, ਇੱਕ ਤਰ੍ਹਾਂ ਦਾ ਚੈੱਕ ਸਿਸਟਮ ਸੀਗਾ ਅੱਜ ਦੇ ਵਾਂਗੂ। ਤੇ ਸਤਿਗੁਰੂ ਕਹਿੰਦੇ ਵੀ ਜਾ ਕੇ ਨਾ ਤੇ ਹੁੰਡੀ ਦਾ ਜਿਹੜਾ ਕਾਰਜ ਹੈ ਇਹ ਹੁੰਡੀ ਦਾ ਕਾਰਜ ਉੱਥੇ ਕਰ ਲੈ ਦਿੱਲੀ ਵਿਖੇ ਜਾ ਕੇ। ਦਿੱਲੀ ਜਾ ਕੇ ਇਹਨੇ ਆਪਣੀ ਉੱਥੇ ਦੁਕਾਨ ਖੋਲ੍ਹ ਲਈ। ਇੱਕ ਸ਼ਾਹੂਕਾਰ ਆਇਆ ਤੇ ਉਹਨੇ ਇਹਦੇ ਕੋਲੋਂ ਹੁੰਡੀ ਕਰਾ ਲਈ ਤੇ ਇਹਨੇ ਹੁੰਡੀ ਕਰ ਦਿੱਤੀ। ਉਹਦੇ ਕੋਲ ਬਹੁਤ ਧਨ ਸੀ, ਸੋਨੇ ਦੀਆਂ ਮੋਹਰਾਂ ਆਦਿਕ ਸੀ, ਕੋਈ ਹੁੰਡੀ ਨਹੀਂ ਸੀ ਕਰਦਾ ਉਹਦੀ ਛੇਤੀ ਕਿਤੇ, ਕਿਉਂਕਿ ਮਾਇਆ ਬਹੁਤ ਸੀ, ਸੋਨੇ ਦੀਆਂ ਮੋਹਰਾਂ ਸਨ। ਇਹਨੇ ਹੁੰਡੀ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਨੂੰ ਯਾਦ ਕਰਕੇ। ਇਹਨੂੰ ਬਹੁਤ ਨਫਾ ਹੋਇਆ ਉਹਦੇ ਵਿੱਚੋਂ ਤੇ ਹੌਲੀ ਹੌਲੀ ਇਸ ਤਰ੍ਹਾਂ ਉਹਦੇ ਵਪਾਰ ਦੇ ਵਿੱਚ ਵਾਧਾ ਹੋ ਗਿਆ ਹੈ। ਉਹ ਮਾਇਆ ਜਦੋਂ ਆਉਂਦੀ ਇਕੱਲੀ ਨਹੀਂ ਨਾ ਆਉਂਦੀ, ਕਲੇਸ਼ ਤੇ ਹੰਕਾਰ ਨਾਲ ਲੈ ਕੇ ਹੀ ਆਉਂਦੀ ਹੈ। ਇਸ ਪ੍ਰਕਾਰ ਉਹਦੇ ਅੰਦਰ ਨਾ ਹੰਕਾਰ ਆ ਗਿਆ, ਮਾਇਆ ਵੀ ਆ ਗਈ ਤੇ ਮਾਇਆ ਦੇ ਨਾਲ ਨਾਲ ਹੰਕਾਰ ਵੀ ਹਿਰਦੇ ਵਿੱਚ ਆ ਗਿਆ ਹੈ। ਇਧਰ ਗੋਇੰਦਵਾਲ ਸਾਹਿਬ ਇੱਕ ਸਿੱਖ ਆਇਆ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਕਰੋ ਮੇਰੀ ਬੇਟੀ ਦਾ ਵਿਆਹ ਤੇ ਮੈਨੂੰ 500 ਰੁਪਈਆ ਦੇ ਦਿਓ ਤਾਂ ਕਿ ਮੈਂ ਬੇਟੀ ਦੀ ਸ਼ਾਦੀ ਕਰ ਲਵਾਂ। ਤੇ ਸਤਿਗੁਰੂ ਜੀ ਸੋਚਣ ਲੱਗੇ ਵੀ ਹੁਣ ਥੋੜ੍ਹਾ ਜਿਹਾ ਪਰਖ ਵੀ ਲਈਏ, ਟਣਕਾ ਕੇ ਵੇਖ ਲਈਏ ਵੀ ਕੱਚਾ ਕਿ ਪੱਕਾ ਹੈ। ਗੰਗੋ ਸ਼ਾਹ ਗੁਰੂ ਸਾਹਿਬ ਨੇ ਨਾ ਹੁੰਡੀ ਆਪ ਕਰ ਦਿੱਤੀ, ਆਪਣੇ ਕਰ ਕਮਲਾਂ ਨਾਲ ਹੁੰਡੀ ਕਰ ਦਿੱਤੀ ਤੇ ਸਿੱਖ ਨੂੰ ਦਿੱਤੀ ਵੀ ਸਿੱਖਾ ਦਿੱਲੀ ਚਲਾ ਜਾ, ਵੀ ਉੱਥੇ ਗੰਗੋ ਸ਼ਾਹ ਸਾਡਾ ਸਿੱਖ ਰਹਿੰਦਾ ਤੇ ਉਹਨੂੰ ਕਹਿ ਦੇ ਵੀ ਆਹ ਗੁਰੂ ਸਾਹਿਬ ਨੇ ਹੁੰਡੀ ਕੀਤੀ ਹੈ ਤੇ ਉਹਦੇ ਕੋਲੋਂ ਹੁੰਡੀ ਤੁੜਾ ਲੈ। ਹੁਣ ਇਹ ਸਿੱਖ ਚਲਾ ਗਿਆ ਉੱਥੇ, ਇਹਦੀ ਜਾ ਕੇ ਦੁਕਾਨ ਲੱਭੀ ਜਿੱਥੇ ਬੈਠਾ ਹੋਇਆ ਸੀ। ਪਹਿਲਾਂ ਤਾਂ ਇਹ ਵੇਖਿਆ ਹੀ ਨਾ, ਉਹ ਤਾਂ ਮੂਹਰੇ ਹੋ ਕੇ ਕਹੇ ਮੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ। ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ। ਉਹਨੇ ਹੁੰਡੀ ਮੂਹਰੇ ਕੀਤੀ ਵੀ ਆਹ ਹੁੰਡੀ ਮਹਾਰਾਜ ਨੇ ਕੀਤੀ ਹੈ। ਕਹਿੰਦੇ ਇੱਦਾਂ ਕਿਵੇਂ ਕਿਸੇ ਨੇ ਹੁੰਡੀ ਮੇਰੇ ਤੇ ਕਰਤੀ? ਗੁਰੂ ਅਮਰਦਾਸ ਮਹਾਰਾਜ ਨੇ ਹੁੰਡੀ ਕੀਤੀ ਸੀ। ਆਖਦਾ ਐਵੇਂ ਕਿਵੇਂ ਉਹਨਾਂ ਨੇ ਹੁੰਡੀ ਕਰ ਦਿੱਤੀ? ਮੈਂ ਤਾਂ ਜਾਣਦਾ ਹੀ ਨਹੀਂ ਉਹਨਾਂ ਨੂੰ। ਮਾਇਆ ਜਿਹੜੀ ਪਰਦਾ ਪਾ ਦਿੰਦੀ ਹੈ ਨਾ ਮੱਤ ਤੇ ਸ੍ਰੀ ਗੁਰ ਭੇਜੀ ਹੁੰਡੀ ਗੰਗੂ ਮਾਨੀ ਨਾ ਹੈ। ਜਿਹੜੀ ਹੁੰਡੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜੀ ਉਹ ਗੰਗੂ ਨੇ ਮੰਨੀ ਨਹੀਂ। ਕਹਿੰਦਾ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ। ਉਹ ਸਿੱਖ ਨਿਰਾਸ਼ ਹੋ ਕੇ ਵਾਪਸ ਗੋਇੰਦਵਾਲ ਸਾਹਿਬ ਆ ਗਿਆ। ਸਤਿਗੁਰੂ ਕਹਿੰਦੇ ਵੀ ਹੁੰਡੀ ਜਿਹੜੀ ਤੋੜ ਦਿੱਤੀ ਆ ਉਹਨੇ ਮੰਨ ਲਈ ਸਾਡੀ ਹੁੰਡੀ। ਕਹਿੰਦਾ ਮਹਾਰਾਜ ਉਹ ਤਾਂ ਤੁਹਾਨੂੰ ਜਾਣਦਾ ਹੀ ਕੋਈ ਨਹੀਂ।
ਉਹ ਤਾਂ ਕਹਿੰਦਾ ਵੀ ਮੈਂ ਨਹੀਂ ਜਾਣਦਾ ਵੀ ਕੌਣ ਗੁਰੂ, ਤੇ ਉਹਨਾਂ ਨੇ ਐਵੇਂ ਮੇਰੇ ਤੇ ਹੁੰਡੀ ਕਿਵੇਂ ਕਰ ਦਿੱਤੀ। ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਜਿਹੜਾ ਦੇਣ ਦੀ ਸਮਰੱਥਾ ਰੱਖਦਾ ਹੈ ਉਹ ਲੈਣ ਦੀ ਸਮਰੱਥਾ ਵੀ ਰੱਖਦਾ ਹੈ। ਬਚਨ ਹੋ ਗਿਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ। ਤੇ ਕਹਿੰਦੇ ਉਸ ਕਾਰਨ ਕਰਕੇ ਤੁਰਤ ਹੀ ਘਾਟਾ ਆਇਆ, ਤਾਂ ਹੀ ਤੁਰੰਤ ਹੀ ਘਾਟਾ ਪੈ ਗਿਆ ਉਹਨੂੰ, ਕਰਜ਼ਾਈ ਹੋ ਗਿਆ, ਸਾਰਾ ਕੁਝ ਜਿਹੜਾ ਸੀ ਉਜੜ ਗਿਆ। ਤੇ ਦਿੱਲੀ ਤੋਂ ਜਾਨ ਬਚਾ ਕੇ ਸ਼ਰਮਿੰਦਾ ਹੋ ਕੇ ਫਿਰ ਗੋਇੰਦਵਾਲ ਸਾਹਿਬ ਨੂੰ ਰੁਖ ਕਰ ਲਿਆ ਹੈ। ਦੁਆਰਾ ਵਾਪਸ ਫਿਰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਦੀ ਟਹਿਲ ਸੇਵਾ ਵਿੱਚ ਲੱਗ ਗਿਆ। ਉਹਦੀ ਸੇਵਾ ਵੇਖ ਕੇ, ਕਿਉਂਕਿ ਸੇਵਾ ਕਰਦਿਆਂ ਕਰਦਿਆਂ ਹਿਰਦਾ ਨਿਰਮਲ ਹੋ ਗਿਆ ਤੇ ਸਤਿਗੁਰੂ ਜੀ ਦੇ ਮਨ 'ਚ ਕਿਰਪਾ ਆ ਗਈ, ਉਹਦੇ ਵੱਲ ਵੇਖ ਕੇ ਤਰਸ ਆ ਗਿਆ। ਇੱਧਰ ਬੀਬੀ ਭਾਨੀ ਜੀ ਦੇ ਵਿਆਹ ਦੀ ਤਿਆਰੀ ਹੋ ਰਹੀ ਸੀ ਤੇ ਸਤਿਗੁਰਾਂ ਨੇ ਹੁਕਮ ਕੀਤਾ, ਬੀਬੀ ਭਾਨੀ ਜੀ ਜਿਨ੍ਹਾਂ ਦੀ ਸ਼ਾਦੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਹੋਈ ਸੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਸਨ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬੇਟੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮਹਿਲ ਸਨ ਬੀਬੀ ਭਾਨੀ ਜੀ। ਤੇ ਬੀਬੀ ਭਾਨੀ ਜੀ ਉਹ ਸਨ ਤੇ ਜਿਉਂ ਕਹਿ ਲਏ ਵੀ ਉਹਨਾਂ ਦੇ ਪੁੱਤ ਪੋਤਰੇ ਅੱਗੋਂ ਸਭ ਗੁਰੂ ਸਨ। ਏਡਾ ਵੱਡਾ ਮਾਣ ਬੀਬੀ ਭਾਨੀ ਜੀ ਨੂੰ ਪ੍ਰਾਪਤ ਹੋਇਆ। ਪਿਤਾ ਵੀ ਗੁਰੂ, ਪਤੀ ਵੀ ਗੁਰੂ, ਪੁੱਤਰ ਵੀ ਗੁਰੂ, ਪੋਤਰਾ ਵੀ ਗੁਰੂ, ਪੜਪੋਤਰਾ ਵੀ ਗੁਰੂ, ਬੜੀ ਲੰਬੀ ਲੜੀ ਹੈ। ਤੇ ਬੀਬੀ ਭਾਨੀ ਜੀ ਦਾ ਵਿਆਹ ਸੀਗਾ ਤੇ ਸਤਿਗੁਰਾਂ ਨੇ ਗੰਗੋ ਸ਼ਾਹ ਨੂੰ ਪਾਸ ਸੱਦਿਆ ਵੀ ਭਾਈ ਗੁੜ ਲੈ ਕੇ, ਮਾਫ ਕਰਨਾ, ਘਰਿਤ ਘਿਓ ਲੈ ਕੇ ਆਉਣਾ ਤੇ ਪਹਾੜੀ ਇਲਾਕੇ ਵਿੱਚ ਸਾਨੂੰ ਘਿਓ ਜਿਹੜਾ ਉਹ ਪ੍ਰਾਪਤ ਹੋ ਜਾਏਗਾ ਤੇ ਤੂੰ ਉੱਥੋਂ ਜਾ ਕੇ ਘਿਓ ਲੈ ਕੇ ਆ। ਗੰਗੂ ਕਹਿੰਦਾ ਮਹਾਰਾਜ ਸਤ ਬਚਨ ਪਰ ਮੇਰੀ ਇੱਕ ਬੇਨਤੀ ਹੈ। ਆਪ ਜੀ ਨੇ ਮੈਨੂੰ ਗੁਰਾਹੀ ਕਰਨ ਵਾਸਤੇ ਪਰਬਤੀ ਇਲਾਕੇ ਵਿੱਚ ਭੇਜਣਾ ਹੈ। ਉੱਥੇ ਦੇਵੀ ਦੇਵਤੇ ਤੇ ਉੱਥੋਂ ਦੇ ਲੋਕ ਨਾ ਘਣੇ ਬਹੁਤੇ ਕਰਾਮਾਤੀ ਹਨ। ਮੈਂ ਉੱਥੇ ਉਗਰਾਹੀ ਕਿਵੇਂ ਕਰ ਸਕਦਾ, ਮੈਨੂੰ ਤਾਂ ਉੱਥੇ ਕੋਈ ਜਾਣਦਾ ਨਹੀਂ, ਮੈਂ ਉੱਥੋਂ ਘਿਓ ਕਿਵੇਂ ਲੈ ਕੇ ਆ ਸਕਦਾ ਹਾਂ। ਉੱਥੇ ਪਰਬਤਾਂ ਦੇ ਵਿੱਚ ਬੁਰੀਆਂ ਬਲਾਵਾਂ ਵੀ ਰਹਿੰਦੀਆਂ ਹਨ ਤੇ ਉਹਨਾਂ ਨੂੰ ਮੈਂ ਕਿਵੇਂ ਪਤਿਆਵਾਂਗਾ, ਕਿਵੇਂ ਉਹ ਲੋਕ ਮੇਰੇ ਤੇ ਪਤੀਜਣਗੇ। ਮੈਨੂੰ ਕੋਈ ਅਜਿਹੀ ਕਲਾ ਬਖਸ਼ਿਸ਼ ਕਰ ਦਿਓ। ਤੇ ਸਤਿਗੁਰੂ ਇਹੋ ਜੀ ਕਿਰਪਾ ਕਰ ਦਿਓ ਵੀ ਜਿਵੇਂ ਆਪਣੇ ਆਪ ਹੀ ਪਰਬਤੀ ਇਲਾਕੇ ਵਿੱਚੋਂ ਘਿਓ ਮੇਰੇ ਕੋਲ ਆਵੇ ਤੇ ਮੈਂ ਤੁਹਾਨੂੰ ਭੇਜ ਦਿਆਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਦੇ ਵਿੱਚ ਆ ਗਏ। ਫਿਰ ਬਚਨ ਕਰ ਦਿੱਤਾ, ਸਿਖਾ ਤੇਰੀ ਰਸਨਾ ਤੇ ਅਸੀਂ ਵਾਸਾ ਕਰਦੇ ਹਾਂ। ਜਿਹੜਾ ਬਚਨ ਤੂੰ ਕਰੇਂਗਾ ਤੇਰਾ ਕਿਹਾ ਹੋਇਆ ਬਚਨ ਸੱਤ ਹੋ ਜਾਏਗਾ। ਜਿਵੇਂ ਤੂੰ ਚਾਹੇਂਗਾ ਉਵੇਂ ਹੋ ਜਾਏਗਾ। ਜਿਹਨੂੰ ਰੱਖ ਲਏਗਾ ਉਹ ਰਹਿ ਜਾਏਗਾ, ਜਿਹਨੂੰ ਨਾਸ਼ ਕਰ ਦੇਂਗਾ ਉਹ ਨਾਸ਼ ਹੋ ਜਾਵੇਗਾ। ਮਹਾਰਾਜ ਸਤਿਗੁਰਾਂ ਦੇ ਬਚਨ ਲੈ ਕੇ ਪ੍ਰਫੁੱਲਤ ਹੋ ਗਿਆ, ਬੜਾ ਪ੍ਰਸੰਨ ਹੋ ਗਿਆ ਹੈ। ਪਰਬਤੀ ਇਲਾਕੇ ਵਿੱਚ ਚਲਾ ਗਿਆ। ਮਹਾਰਾਜ ਸਤਿਗੁਰਾਂ ਨੇ ਬਚਨ ਕੀਤੇ ਸਨ, ਰਸਨਾ ਤੋਂ ਵਸਦੇ ਸਨ। ਹੁਣ ਉਹ ਜੋ ਬਚਨ ਕਹਿੰਦਾ ਸੱਤ ਹੋ ਜਾਂਦਾ ਤੇ ਐਵੇਂ ਹੌਲੀ ਹੌਲੀ ਪਰਬਤੀ ਇਲਾਕਾ ਜਿੱਤ ਲਿਆ ਹੈ। ਅਖੀਰ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਹਿਰਦੇ ਦੇ ਵਿੱਚ, ਮੰਜੀ ਲਾ ਕੇ ਨਾ ਬਹਿ ਗਿਆ ਗੁਰੂ ਬਣ ਕੇ, ਆਪ ਗੁਰੂ ਬਣ ਕੇ ਬਹਿ ਗਿਆ। ਉੱਥੇ ਵੀ ਮੈਂ ਹੀ ਗੁਰੂ ਹਾਂ। ਇੱਕ ਇਮਾਨਦਾਰੀ ਵਿਖਾਈ ਵੀ ਜਿਹੜਾ ਘਿਓ ਸੀ ਉਹ ਮਹਾਰਾਜ ਵੱਲ ਭੇਜ ਦਿੱਤਾ ਹੈ। ਪਰ ਬੀਬੀ ਭਾਨੀ ਜੀ ਦਾ ਵਿਆਹ ਸੀ ਤੇ ਬੀਬੀ ਭਾਨੀ ਜੀ ਦੇ ਵਿਆਹ ਵਿੱਚ ਚੱਲ ਕੇ ਨਹੀਂ ਆਇਆ। ਸਤਿਗੁਰਾਂ ਨੇ ਤੇ ਆਖਿਆ ਸੀ ਘਿਓ ਲੈ ਕੇ ਵਿਆਹ ਤੱਕ ਪਹੁੰਚ ਜਾਈ, ਵਿਆਹ ਵਿੱਚ ਸ਼ਾਮਲ ਹੋਣਾ, ਪਰ ਵਿਆਹ ਤੇ ਆਇਆ ਨਹੀਂ। ਕਿਉਂ? ਡਰ ਗਿਆ ਵੀ ਜੇ ਵਾਪਸ ਚਲਾ ਜਾਵਾਂਗਾ ਕਿਤੇ ਨਾ ਹੋਵੇ ਵੀ ਗੁਰੂ ਸਾਹਿਬ ਜੀ ਜਿਹੜਾ ਬਚਨ ਉਹਨਾਂ ਨੇ ਮੈਨੂੰ ਦਿੱਤਾ ਵੀ ਜੋ ਤੂੰ ਕਹੇਂਗਾ ਸੱਚ ਹੋ ਜਾਏਗਾ, ਕਿਤੇ ਨਾ ਹੋਵੇ ਵੀ ਉਹ ਬਚਨ ਵਾਪਸ ਲੈ ਲੈਣ ਮੇਰੇ ਕੋਲੋਂ। ਮਹਾਰਾਜ ਤਾਂ ਕਦੇ ਵੀ ਦਾਤ ਸਿੱਖ ਕੋਲੋਂ ਨਹੀਂ ਲੈਂਦੇ ਜਿੰਨੀ ਦੇਰ ਤੱਕ ਉਹ ਕੁਰਾਹੇ ਨਹੀਂ ਪੈਂਦਾ। ਜਦੋਂ ਸਹੀ ਰਸਤੇ ਰਹਿੰਦਾ ਮਹਾਰਾਜ ਤਾਂ ਹੋਰ ਫਿਰ ਦਿਨ ਦਿਨ ਚੜ੍ਹਾ ਸਵਾਇਆ, ਨਾਨਕ ਹੋਤ ਨਾ ਘਾਟ। ਉਹਨਾਂ ਦੀ ਦਿੱਤੀ ਦਾਤ ਵੱਧਦੀ ਘਟਦੀ ਨਹੀਂ। ਇਸ ਪ੍ਰਕਾਰ
ਮਨ ਵਿੱਚ ਇਹ ਵਹਿਮ ਪੈ ਗਿਆ ਵੀ ਮਤਾ ਗੁਰੂ ਸਾਹਿਬ ਆਪਣੇ ਬਚਨ ਹਟਾ ਨਾ ਲੈਣ, ਮੇਰੇ ਕੋਲੋਂ ਇਹ ਕਰਾਮਾਤ ਵਾਪਸ ਨਾ ਲੈ ਲੈਣ। ਸਤਿਗੁਰ ਗੁੱਸਾ ਕੀਆ। ਜਦੋਂ ਫਿਰ ਗੰਗੋ ਸ਼ਾਹ ਦੂਜੀ ਵਾਰ ਫਿਰ ਬੇਮੁਖ ਹੋ ਗਿਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਗੁੱਸਾ ਕੀਤਾ ਹੈ। ਕਾਲਾ ਗੰਗੂ ਕਹਿ ਦੀਆ। ਸਤਿਗੁਰੂ ਕਹਿਣ ਲੱਗੇ ਗੰਗੂ ਗੁਰੂ ਬਣ ਕੇ ਬਹਿ ਗਏ ਐ, ਫਿਰ ਮੂੰਹ ਕਾਲਾ ਕਰ ਲਿਆ। ਫਿਰ ਦੂਜੀ ਵਾਰੀ ਮਹਾਰਾਜ ਨੇ ਇਹ ਬਚਨ ਕੀਤਾ, ਪਹਿਲੀ ਵਾਰੀ ਤਾਂ ਹੰਕਾਰ ਆ ਗਿਆ ਸੀ ਹਿਰਦੇ ਵਿੱਚ, ਹੁਣ ਤਾਂ ਗੁਰੂ ਬਣ ਕੇ ਬਹਿ ਗਿਆ ਤੇ ਹੁਣ ਫਿਰ ਮੂੰਹ ਕਾਲਾ ਕਰ ਲਿਆ ਹੈ। ਜੋ ਬਚਨ ਸੁਨ ਸ਼ੀਸ਼ਾ ਲਿਆ। ਕਹਿੰਦੇ ਸਤਿਗੁਰਾਂ ਦਾ ਹੁਕਮ ਹੋ ਗਿਆ ਵੀ ਤੇਰਾ ਮੂੰਹ ਕਾਲਾ ਹੋ ਗਿਆ, ਗੁਰੂ ਦੀ ਬਰਾਬਰੀ ਕਰਨ ਲੱਗ ਪਏ। ਗੰਗੂ ਨੇ ਕੀ ਕੀਤਾ ਵੀ ਸ਼ੀਸ਼ਾ ਲਿਆ ਤੇ ਸ਼ੀਸ਼ਾ ਲੈ ਕੇ ਜਦੋਂ ਆਪਣਾ ਚਿਹਰਾ ਵੇਖਿਆ ਹੈ, ਕਾਲਾ ਨੇ ਦਰਸ਼ਨ ਕੀਆ। ਉਹਨੇ ਵਾਕਿਆ ਵੇਖਿਆ ਉਹਦਾ ਮੂੰਹ ਕਾਲਾ ਹੋ ਚੁੱਕਾ ਸੀਗਾ। ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖੀ। ਗੁਰੂ ਕਾ ਬਚਨ ਅਟਲ ਰਹਿੰਦਾ, ਜੋ ਬਚਨ ਕਹਿ ਦਿੱਤਾ ਉਹ ਸੱਤ ਹੁੰਦਾ ਹੈ। ਸਤਿਗੁਰਾਂ ਨੇ ਬਚਨ ਕੀਤਾ ਤੇ ਉਹਨੂੰ ਆਪਣੀ ਕਰਨੀ ਦਾ ਜਿਹੜਾ ਫਲ ਭੁਗਤਣਾ ਪਿਆ ਹੈ। ਸਤਿਗੁਰ ਕੋ ਮਿਟਤ ਨਾਹੀ। ਸਤਿਗੁਰਾਂ ਦਾ ਬਚਨ ਭਾਈ ਕਦੇ ਮਿਟਦਾ ਨਹੀਂ ਹੈ। ਝੂਰੇ ਬਹੁ ਮਨ ਕੇ ਮਾਹੇ। ਹੁਣ ਉਹ ਮਨ ਹੀ ਮਨ ਝੂਰਨ ਲੱਗ ਪਿਆ ਵੀ ਇਹ ਤਾਂ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ। ਕਥੋ ਨਹਿ ਅਗੇ ਕਹਾਣੀ। ਸੋ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਸ ਤੋਂ ਅੱਗੇ ਮੈਂ ਇਹਨਾਂ ਦੀ ਕਹਾਣੀ ਜਿਹੜੀ ਕਥਨ ਨਹੀਂ ਕਰਾਂਗਾ, ਤੇ ਸੰਤ ਮਨ ਆਨੀ। ਕਿਉਂਕਿ ਮੇਰੇ ਮਨ ਵਿੱਚ ਇਹ ਸ਼ੰਕਾ ਹੈ ਵੀ ਜੇ ਮੈਂ ਉਹਨਾਂ ਦੀ ਸਾਰੀ ਕਥਾ ਲਿਖਣ ਲੱਗ ਪਿਆ ਤੇ ਗ੍ਰੰਥ ਦਾ ਆਕਾਰ ਵੱਧ ਜਾਏਗਾ। ਬਚਨ ਰਹੇ ਦੋ ਉਨ ਪਾਹੇ। ਹੁਣ ਉਹਦੇ ਕੋਲ ਦੋਨੇ ਬਚਨ ਰਹਿ ਗਏ, ਮੂੰਹ ਵੀ ਕਾਲਾ ਹੋ ਗਿਆ ਤੇ ਦੂਜਾ ਜਿਹੜਾ ਬਚਨ ਸੀ ਵੀ ਜੋ ਤੂੰ ਕਹੇਂਗਾ ਉਹ ਸੱਤ ਹੋ ਜਾਏਗਾ, ਉਹ ਬਚਨ ਵੀ ਉਹਦੇ ਕੋਲ ਰਹਿ ਗਿਆ ਹੈ। ਕਾਲੋ ਬਚਨ ਸਹਾਏ। ਇਸ ਤਰ੍ਹਾਂ ਉਹਦਾ ਮੂੰਹ ਕਾਲਾ ਵੀ ਹੋਇਆ ਤੇ ਨਾਲ ਸਤਿਗੁਰਾਂ ਦਾ ਬਚਨ ਕਿਹਾ ਹੋਇਆ ਉਹ ਵੀ ਉਹਦੇ ਸਹਾਈ ਹੋ ਗਿਆ। ਜੋ ਕਹਿੰਦਾ ਹੈ ਉਸੇ ਤਰ੍ਹਾਂ ਹੋ ਜਾਂਦਾ ਹੈ। ਗੰਗੂ ਸ਼ਾਹ ਦੀ ਕਥਾ ਤਾਂ ਲਿਖੀ ਕਿਉਂਕਿ ਜਦੋਂ ਇਹਨੇ ਸੇਵਾ ਕੀਤੀ ਤੇ ਮਹਾਰਾਜ ਨੇ 22 ਮੰਜੀਆਂ ਵਿੱਚੋਂ ਇੱਕ ਮੰਜੀ ਇਹਨੂੰ ਦਿੱਤੀ ਸੀ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਹੁਣ ਇਹ ਪਰਬਤੀ ਇਲਾਕੇ ਵਿੱਚ ਤੁਰ ਤਾਂ ਗਿਆ ਪਰ ਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਹੌਲੀ 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 ਹੰਕਾਰ ਆ ਗਿਆ। ਫਿਰ ਆਪ ਗੁਰੂ ਬਣ ਕੇ ਬਹਿ ਗਿਆ, ਆਪਣੇ ਆਪ ਨੂੰ ਗੁਰੂ ਥਾਪ ਦਿੱਤਾ। ਤੇ ਜਿਹੜੇ ਗੰਗੂ ਸ਼ਾਹੀਏ ਨੇ ਇਹ ਆਪ ਫਿਰ ਇਹਨਾਂ ਨੇ ਆਪਣੀ ਮੰਜੀ ਤੋੜ ਲਈ ਤੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸਨ ਤੇ ਇਹਨਾਂ ਦੀ ਪੰਥ ਦੇ ਨਾਲ ਬਣਦੀ ਨਹੀਂ ਸੀ। ਇਸ ਤੋਂ ਬਾਅਦ ਹੁਣ ਅਗਲਾ ਪ੍ਰਸੰਗ ਜਿਹੜਾ ਚੱਲਣਾ ਹੈ ਉਹ ਹਰ ਭਗਤ ਨਿਰੰਜਨੀਆਂ ਜਿਨ੍ਹਾਂ ਨੂੰ ਆਪਾਂ ਡੰਡਿਆਲੇ ਵਾਲਾ ਕਹਿੰਦੇ ਆ ਨਾ, ਭਾਈ ਹੰਦਾਲ, ਉਹਨਾਂ ਦੀ ਕਥਾ ਚੱਲਣੀ ਹੈ। ਭਾਈ ਹੰਦਾਲ ਵੀ ਮਹਾਰਾਜ ਦਾ ਸਿੱਖ ਸੀ, ਗੁਰੂ ਅਮਰਦਾਸ ਮਹਾਰਾਜ ਦਾ, ਪਰ ਉਹਨਾਂ ਦੀ ਸੰਤਾਨ ਨੇ, ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਖਾਨਦਾਨਾਂ ਨੇ ਜਿਹੜਾ ਅਤਿਆਚਾਰ ਸਿੱਖਾਂ ਤੇ ਕੀਤਾ ਹੈ ਉਹ ਕਹਿਣ ਕਥਨ ਤੋਂ ਬਾਹਰ ਹੈ। ਇਹ ਮੁਖਬਰੀ ਕਰਦੇ ਰਹੇ ਸਿੰਘਾਂ ਦੀ। ਸ਼ੁਰੂਆਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚੋਂ ਹੋਈ, ਸਿੱਖ ਬਣ ਗਏ ਪਰ ਮੁਖਬਰੀ ਕਰਦੇ ਰਹੇ। ਤੇ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਸੀ ਉਹਦੇ ਵਿੱਚ ਇਹਨਾਂ ਨੇ ਰਲਾ ਵੀ ਮਿਲਾਇਆ। ਇਹਨਾਂ ਨੇ ਮਹਾਰਾਜ ਦੀ ਜਿਹੜੀ ਜਨਮ ਸਾਖੀ ਸੀ ਨਾ ਗੁਰੂ ਨਾਨਕ ਸਾਹਿਬ ਦੀ, ਉਹਦੇ ਵਿੱਚ ਆਪਣੀ ਮਰਜ਼ੀ ਨਾਲ ਲਿਖ ਕੇ ਤੇ ਹੋਰ ਹੀ ਤਰ੍ਹਾਂ ਦੇ ਪ੍ਰਸੰਗ ਜਿਹੜੇ ਵਿੱਚ ਪਾ ਦਿੱਤੇ। ਸਾਨੂੰ ਸਾਰੀ ਕਥਾ ਆਪਾਂ ਕੱਲ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾ। ਅੰਧਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।